सतगुर की जिसनों मत आवे सो सतगुर माही समाना। एह बाणी जो जियो जाने तिस अंतर रवे हर नामा। बाणी गुरु गुरु है बाणी विच बाणी अमृत सारे। गुर बाणी कहे सेवक जन माने पर तख गुरु निस्तार। बाणी बिरलो विचारसी जे को गुरमुख होए। एह बाणी महापुरख की निज कर वासा होए। सोरठ महला पहला कर पहला मन हाली किरसाणी करनी। श्रम पानी धन खेत नाम बीज संतोख सुहागा। रख गरीबी वेश मन हाली किरसाणी करनी। श्रम पानी धन खेत नाम बीज संतोख सुहागा। रख गरीबी वेश पाओ करम कर जमसी। से कर पागठ देख बाबा माया साथ न होए। इन माया जग मोहिया विरला बूझै कोए। रहाउ हाण हट कर आर जम सच नाम कर वाथ। सुरत सोच कर भांड साड़ तिस विच तिसनो रख। वण जारिया स्यों वणज कर लै लाहा मन हस। सुन शासत सौदागरी सत घोड़े लै चल।
ਖਰਚ ਬਨ ਚੰਗਿਆਈਆਂ, ਮਤ ਮਨ ਜਾਣੈ ਕਲ। ਨਿਰੰਕਾਰ ਕੈ ਦੇਸ਼ ਜਾਹੇ, ਤਾਂ ਸੁਖ ਲਹੈ ਮਹਲ। ਲਾਏ ਚਿਤ ਕਰ ਚਾਕਰੀ, ਮਨ ਨਾਮ ਕਰ ਕੰਮ। ਬਨ ਬਦੀਆਂ ਕਰ ਧਾਵਣੀ, ਤਾਂ ਕਉ ਆਖੈ ਧਨ। ਨਾਨਕ ਵੇਖੈ ਨਦਰ ਕਰ, ਚੜ੍ਹੈ ਚੁਵਗਣ ਵਨ। ਲਾਏ ਚਿਤ ਕਰ ਚਾਕਰੀ, ਮਨ ਨਾਮ ਕਰ ਕੰਮ। ਬਨ ਬਦੀਆਂ ਕਰ ਧਾਵਣੀ, ਤਾਂ ਕਉ ਆਖੈ ਧਨ। ਨਾਨਕ ਵੇਖੈ ਨਦਰ ਕਰ, ਚੜ੍ਹੈ ਚਵਗਣ ਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਲੜੀਵਾਰ ਕਥਾ ਨੂੰ ਵਿਰਾਮ ਦੇ ਕੇ ਨਸੀਹਤਨਾਮੇ ਦੀ ਕਥਾ ਆਰੰਭ ਹੋਣੀ ਹੈ। ਅੱਜ ਔਰ ਕੱਲ੍ਹ 2 ਦਿਨਾਂ ਦੇ ਵਿੱਚ ਇਹ ਕਥਾ ਸੰਪੂਰਨ ਹੋਵੇਗੀ। ਕਥਾ ਦੀ ਸੇਵਾ ਭਾਈ ਗੁਰਵਿੰਦਰ ਸਿੰਘ ਜੀ ਤਰਨਾ ਦਲ ਵਾਲੇ ਆਪ ਜੀ ਨੂੰ ਸਰਵਣ ਕਰਵਾਉਣਗੇ। 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ 26 ਤਰੀਕ ਨੂੰ ਹੈ। ਸੰਗਰਾਂਦ 16 ਤਰੀਕ ਨੂੰ ਹੈ। ਮੀਰੀ ਪੀਰੀ ਦਿਵਸ 11 ਤਰੀਕ ਨੂੰ ਹੈ। ਭਾਈ ਮਣੀ ਸਿੰਘ ਜੀ ਦੀ ਸ਼ਹੀਦੀ 9 ਤਰੀਕ ਨੂੰ ਹੈ। ਸੇਵਾ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਦਿੱਲੀ ਤੋਂ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਜਾਣਾ ਹੈ। ਜਿਨ੍ਹਾਂ ਯਾਤਰੂਆਂ ਨੇ ਨਗਰ ਕੀਰਤਨ ਦੇ ਰਾਹੀਂ ਸ਼੍ਰੀ ਨਨਕਾਣਾ ਸਾਹਿਬ ਜੀ ਦੀ ਯਾਤਰਾ ਕਰਨੀ ਹੋਵੇ, ਉਹ ਆਪਣਾ ਪਾਸਪੋਰਟ 200 ਰੁਪਈਆ ਫੀਸ, ਆਪਣਾ ਪਹਿਚਾਣ ਪੱਤਰ ਅਤੇ 4 ਪਾਸਪੋਰਟ ਸਾਈਜ਼ ਫੋਟੋ 30 ਜੁਲਾਈ ਤੋਂ ਪਹਿਲਾਂ ਗੁਰਦੁਆਰਾ ਰਕਾਬਗੰਜ ਸਾਹਿਬ ਜੋ ਦਿੱਲੀ ਕਮੇਟੀ ਦਾ ਦਫ਼ਤਰ ਹੈ ਉੱਥੇ ਜਮ੍ਹਾਂ ਕਰਵਾ ਦੇਵੇ, ਤਾਂ ਕਿ ਜਿਹੜਾ ਯਾਤਰਾ ਦਾ ਕੋਈ ਪੇਪਰ ਵਰਕ ਹੈ ਉਹ ਜਿਹੜੀ ਕਾਨੂੰਨੀ ਜਿਹੜੀ ਲੋੜ ਹੈ ਉਹ ਪੂਰੀ ਹੋ ਸਕੇ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼ਤਾਬਦੀ ਨੂੰ ਸਮਰਪਿਤ ਜੋ 550 ਬੱਚੇ ਅਡਾਪਟ ਕੀਤੇ ਹਨ, ਉਹਨਾਂ ਦੀ ਸੇਵਾ ਦੇ ਵਿੱਚ ਆਪ ਜੀ ਆਪਣਾ ਦਸਵੰਧ ਦੇ ਸਕਦੇ ਹੋ। ਆਓ, ਹੋ ਸਕਦਾ ਸਾਡੇ ਆਪਣੇ ਬੱਚੇ ਨਾ ਪੜ੍ਹੇ ਹੋਣ, ਪਰ ਕਿਸੇ ਵੀ ਗੁਰਸਿੱਖ ਅੰਮ੍ਰਿਤਧਾਰੀ ਬੱਚੇ ਨੂੰ ਅਸੀਂ ਆਪਣਾ ਬੱਚਾ ਬਣਾ ਕੇ ਪੜ੍ਹਾ ਸਕਦੇ ਹਾਂ। ਇਹ ਛੋਟਾ ਜਿਹਾ ਬੀਜਿਆ ਹੋਇਆ ਬੀਜ ਜਦੋਂ ਕੱਲ੍ਹ ਨੂੰ ਬਹੁਤ ਵੱਡਾ ਰੁੱਖ ਬਣੇਗਾ, ਅਫਸਰ ਬਣੇਗਾ, ਕਾਰੋਬਾਰੀ ਸਿੱਖ ਬਣੇਗਾ, ਮਨੁੱਖਤਾ ਮਾਨਵਤਾ ਦੀ ਸੇਵਾ ਕਰੇਗਾ, ਉਸ ਵੇਲੇ ਉਹਨਾਂ ਸ਼ੁਭ ਕਰਮਾਂ ਦਾ ਪੁੰਨ ਫਲ ਸਾਨੂੰ ਵੀ ਜ਼ਰੂਰ ਮਿਲੇਗਾ। ਸੋ ਜੋੜਾ ਘਰ ਦੇ ਬਾਹਰ ਕਾਊਂਟਰ ਬਣਿਆ,
ਉੱਥੇ ਆਪ ਜੀ ਸੇਵਾ ਦੇ ਸਕਦੇ ਹੋ। ਜਿਹੜੇ ਬੱਚੇ ਅਡਾਪਟ ਨਹੀਂ ਕਰ ਸਕਦੇ, ਆਪ ਜੀ ਨਿਤਾ ਪ੍ਰਤੀ ਵੀ 10, 20, 50, 100 ਰੁਪਈਆ ਪਾ ਕੇ ਇਸ ਕਾਰਜ ਦੇ ਵਿੱਚ ਆਪਣੇ ਪਰਿਵਾਰ ਦੀ ਸੇਵਾ ਦੇ ਸਕਦੇ ਹੋ। ਅਗਲੇ ਸਮੇਂ ਵਾਸਤੇ ਆਪਾਂ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਵਾਹਿਗੁਰੂ ਜੀ। ਨਾਮੇ ਉਸ਼ਾਹੀ ਨਾਨਕ ਹਕ ਕੇਸ਼, ਕੀ ਨਿਆਇਦ ਹਮ ਚੁਨੋ ਦਿਗਰ ਦਰਵੇਸ਼। ਫਕਰਿਓ ਫਕਰ ਰਾ ਸਰਫਰਾਜ਼ੀ, ਪੀਛਿਓ ਕਾਰੀ ਜੁਮਲਾ ਜਾਂਬਾਜੀ। ਨਾਮੇ ਉਸ਼ਾਹੀ ਨਾਨਕ ਹਕ ਕੇਸ਼, ਕੀ ਨਿਆਇਦ ਹਮ ਚੁਨੋ ਦਿਗਰ ਦਰਵੇਸ਼। ਫਕਰਿਓ ਫਕਰ ਰਾ ਸਰਫਰਾਜ਼ੀ, ਪੇਸ਼ਿਓ ਕਾਰੇ ਜੁਮਲਾ ਜਾਂਬਾਜ਼ੀ। ਆ ਖੁਦਾਵੰਦੇ ਜ਼ਮੀਨੋ ਆਸਮਾਨ, ਜ਼ਿੰਦਗੀ ਬਖਸ਼ੇ ਵਜੂਦਿਨ ਸੁਜਾਨ। ਖਾਕਿਰਾਹਸ਼ ਤੂਤੀ ਆਈ ਚਸ਼ਮੇ ਮਾਸਤ, ਆਬਰੂ ਅਫਜ਼ਾਈ ਹਰ ਸ਼ਾਹੂ ਗਦਾਸਤ। ਆਬਰੂ ਅਫਜ਼ਾਈ ਹਰ ਸ਼ਾਹੂ ਗਦਾਸਤ। ਰਾਗ ਤਿਲੰਗ ਨਸੀਹਤ ਨਾਮਾ ਮਹੱਲਾ ਪਹਿਲਾ। ਕੀਚੈ ਨੇਕ ਨਾਮੀ ਜੇ ਦੇਵੈ ਖੁਦਾਏ, ਜੋ ਦੀਸੈ ਜ਼ਮੀਂ ਪਰ ਸੋ ਹੋਸੀ ਫਨਾਏ। ਕੀਚੈ ਨੇਕ ਨਾਮੀ ਜੇ ਦੇਵੈ ਖੁਦਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠਣ ਦਾ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸੁਭਾਗੀ ਸਮਾਂ ਪ੍ਰਾਪਤ ਹੋ ਰਿਹਾ ਹੈ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ, ਤਿਨਾਂ ਦੀ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕਰਕੇ ਜਿੱਥੇ ਥਾਵਾਂ ਥਾਵਾਂ ਤੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆਵਾਂ ਨੂੰ ਪ੍ਰਚਾਰਨ ਵਾਸਤੇ ਉਪਰਾਲੇ ਕੀਤੇ ਜਾ ਰਹੇ ਨੇ, ਉੱਥੇ ਗੁਰੂ ਕੀਆਂ ਸਿੱਖ ਸੰਗਤਾਂ ਦੀ ਭਾਰੀ ਮੰਗ ਸੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਜੋ ਕਾਰੂ ਬਾਦਸ਼ਾਹ ਨੂੰ ਉਪਦੇਸ਼ ਦਿੱਤਾ ਹੈ, ਤੇ ਇਸ ਉਪਦੇਸ਼ ਦੀ ਵਿਚਾਰ ਵੀ ਗੁਰੂ ਕੀਆਂ ਸਿੱਖ ਸੰਗਤਾਂ ਦੇ ਨਾਲ ਕੀਤੀ ਜਾਵੇ।
ਗੁਰੂ ਨਾਨਕ ਦੇਵ ਪਾਤਸ਼ਾਹ ਨੇ ਹਮੀਦ ਕਾਰੂ ਦੇ ਤਾਈਂ ਨਸੀਹਤ ਦਿੱਤੀ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਦੇਖੀਏ ਤੇ ਨਸੀਹਤਾਂ ਦੇ ਨਾਲ ਭਰਿਆ ਹੋਇਆ ਹੈ। ਨਸੀਹਤ ਦਾ ਅਰਥ ਹੁੰਦਾ ਹੈ ਸਿੱਖਿਆ। ਅਰਬੀ ਬੋਲੀ ਦਾ ਇਹ ਸ਼ਬਦ ਹੈ। ਗੁਰੂ ਨਾਨਕ ਸਾਹਿਬ ਜੀ ਜਿੱਥੇ ਵੀ ਗਏ ਸੱਚੇ ਪਾਤਸ਼ਾਹ ਨੇ ਉੱਥੇ ਸੱਚੇ ਨਾਮ ਜਪਣ ਦੀ ਨਸੀਹਤ ਦਿੱਤੀ। ਭਾਵੇਂ ਕੋਈ ਬਾਲਕ ਸੀ, ਭਾਵੇਂ ਕੋਈ ਨੌਜਵਾਨ ਸੀ, ਭਾਵੇਂ ਕੋਈ ਬਜ਼ੁਰਗ ਗੁਰੂ ਨਾਨਕ ਸਾਹਿਬ ਜੀ ਨੂੰ ਆ ਕਰਕੇ ਮਿਲਿਆ, ਸੱਚੇ ਪਾਤਸ਼ਾਹ ਜੀ ਨੇ ਹਰੇਕ ਖਿੱਤੇ ਤੇ ਹਰੇਕ ਕਿੱਤੇ ਦੇ ਲੋਕਾਂ ਦੇ ਤਾਈਂ ਆਪਣੀ ਨਸੀਹਤ ਦੇ ਕਰਕੇ ਨਵਾਜਣਾ ਕੀਤਾ ਹੈ। 7 ਸਾਲ ਦੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੋਏ ਨੇ ਤੇ ਬਾਬੇ ਕਲਿਆਣ ਚੰਦ ਦੇ ਵਿਹੜੇ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਕਲਕਾਰੀਆਂ ਮਾਰਦੇ ਫਿਰਦੇ ਨੇ। ਬਾਬੇ ਕਲਿਆਣ ਚੰਦ ਨੇ ਸੋਚਿਆ ਕਿ ਸਿਆਣੇ ਕਹਿੰਦੇ ਨੇ, ਬਹੁ ਗੁਣੀ ਅਲਾਵੇ ਸੁਤ ਨਾ ਪੜਾਵੇ, ਸੋ ਸ਼ਤਰੂ ਸਮਤਾਤ। ਬੰਦਾ ਆਪਣੇ ਆਪ ਨੂੰ ਤੇ ਕਵੇ ਕਿ ਮੈਂ ਸਿਆਣਾ ਬੜਾ ਏ, ਪਰ ਆਪਣਾ ਪੁੱਤ ਨਾ ਪੜਾਵੇ, ਉਹ ਆਪਣੇ ਪੁੱਤ ਦਾ ਵੱਡਾ ਦੁਸ਼ਮਣ ਹੁੰਦਾ ਏ। ਬਾਬੇ ਕਲਿਆਣ ਚੰਦ ਨੇ ਸੋਚਿਆ ਕਿ 20 ਪਿੰਡਾਂ ਦਾ ਮੈਂ ਪਟਵਾਰੀ ਹਾਂ ਤੇ ਲੋਕ ਮੈਨੂੰ ਬੜਾ ਪੜ੍ਹਿਆ ਲਿਖਿਆ ਸਿਆਣਾ ਕਹਿੰਦੇ ਨੇ, ਕਿ ਜੇ ਮੈਂ ਆਪਣੇ ਪੁੱਤ ਨਾਨਕ ਨੂੰ ਪੜ੍ਹਾਇਆ ਨਾ ਤੇ ਦੁਨੀਆ ਦੇ ਲੋਕ ਮੈਨੂੰ ਕਹਿਣਗੇ ਕਾਲੂ ਆਪਣੇ ਪੁੱਤ ਦਾ ਵੱਡਾ ਦੁਸ਼ਮਣ ਸੀ, ਜੋ ਇਹਨੇ ਆਪਣੇ ਪੁੱਤ ਨੂੰ ਪੜ੍ਹਾਇਆ ਨਹੀਂ, ਅਨਪੜ੍ਹ ਰੱਖਿਆ। ਮਨ ਵਿੱਚ ਸੋਚਿਆ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਜ਼ਰੂਰ ਪੜ੍ਹਾਉਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਉਂਗਲ ਪਕੜੀ ਹੈ ਤੇ ਪਾਂਧੇ ਗੋਪਾਲ ਚੰਦ ਦੇ ਕੋਲ ਲੈ ਗਏ ਨੇ। ਸਮੇਂ ਦੀ ਰੀਤੀ ਸੀ ਕਿ ਜਿਹੜਾ ਪੜ੍ਹਾਉਣ ਵਾਲਾ ਹੋਵੇ ਉਹਨੂੰ ਕੁਝ ਪੈਸੇ, ਕੁਝ ਮਿੱਠਾ, ਕੁਝ ਭਟਾਵਾਂ ਦੇ ਕਰਕੇ ਬੇਨਤੀ ਕਰੀਦੀ ਸੀ ਕਿ ਆਪ ਜੀ ਮੇਰੇ ਪੁੱਤਰ ਦੇ ਤਾਈਂ ਵਿਦਿਆ ਪੜ੍ਹਾਓ। ਬਾਬੇ ਕਲਿਆਣ ਚੰਦ ਨੇ ਕੁਝ ਮਿੱਠਾ ਲਿਆ ਏ, ਕੁਝ ਭਟਾਵਾਂ ਲਈਆਂ ਨੇ ਤੇ ਗਾ ਕਰਕੇ ਪਾਂਧੇ ਨੂੰ ਬੇਨਤੀ ਕੀਤੀ, ਗੋਪਾਲ ਚੰਦ ਜੀ ਤੁਸੀਂ ਬੜੇ ਗੁਣੀ ਹੋ, ਮੇਰੇ ਪੁੱਤ ਨੂੰ ਵਿਦਿਆ ਪੜ੍ਹਾਉਣੀ ਕਰੋ। ਗੋਪਾਲ ਚੰਦ ਕਹਿਣ ਲੱਗਾ ਵੀ ਤੁਸੀਂ ਚਿੰਤਾ ਨਾ ਕਰੋ, ਮੈਂ ਕੁਝ ਸਮੇਂ ਦੇ ਵਿੱਚ ਹੀ ਤੁਹਾਡੇ ਪੁੱਤਰ ਨੂੰ ਸਾਰਾ ਕਾਰੋਬਾਰ, ਲੇਖਾ ਜੋਖਾ, ਹਿਸਾਬ ਕਿਤਾਬ ਸਿਖਾ ਦੇਵਾਂਗਾ। ਬਾਬਾ ਕਲਿਆਣ ਚੰਦ ਜੀ ਘਰ ਆ ਗਏ ਨੇ ਤੇ ਪਾਂਧਾ ਗੁਰੂ ਨਾਨਕ ਸਾਹਿਬ ਜੀ ਨੂੰ ਪੜ੍ਹਾਉਣ ਲੱਗਾ ਏ। ਪਾਂਧੇ ਨੇ ਅਜੇ 52 ਸੰਸਕ੍ਰਿਤ ਦੇ ਅੱਖਰ ਗੁਰੂ ਨਾਨਕ ਸਾਹਿਬ ਜੀ ਨੂੰ ਉਚਾਰਨ ਦਾ ਹੀਆ ਹੀ ਕੀਤਾ ਏ ਤੇ ਗੁਰੂ ਨਾਨਕ ਸਾਹਿਬ ਜੀ ਨੇ 35 ਅੱਖਰੀ ਉਚਾਰ ਦਿੱਤੀ। ਗੁਰਮੁਖੀ ਲਿਪੀ ਦੇ 35 ਅੱਖਰ ਗੁਰੂ ਨਾਨਕ ਸਾਹਿਬ ਜੀ ਨੇ ਉਚਾਰ ਦਿੱਤੇ ਨੇ। ਪਾਂਧਾ ਬੜਾ ਹੈਰਾਨ ਹੋਇਆ ਕਿ ਬਾਲਕ ਤੇ ਛੋਟਾ ਜਿਹਾ ਏ, ਪਰ ਇਹਨੇ ਗੁਰਮੁਖੀ ਦੇ 35 ਅੱਖਰ ਉਚਾਰੇ ਨੇ, ਕਿਉਂਕਿ ਪਹਿਲੀ ਵਾਰ ਪਾਂਧੇ ਨੇ ਗੁਰਮੁਖੀ ਦੇ 35 ਅੱਖਰ ਸੁਣੇ ਸਨ। ਗੁਰਮੁਖੀ ਲਿਪੀ ਦੇ ਜਨਮਦਾਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ। ਪਾਂਧਾ ਹੈਰਾਨ ਹੋ ਕਰਕੇ ਹੱਥ ਜੋੜ ਕੇ ਕਹਿਣ ਲੱਗਾ, ਤੁਹਾਡੇ ਦਾਦਾ ਜੀ ਵੀ ਪਟਵਾਰੀ ਸਨ, ਤੁਸੀਂ ਵੀ ਪਟਵਾਰੀ ਬਣਨਾ ਏ, ਤੁਹਾਡੇ ਪਿਤਾ ਜੀ ਵੀ ਪਟਵਾਰੀ ਨੇ, ਤੇ ਤੁਸੀਂ ਹਿਸਾਬ ਕਿਤਾਬ ਵੱਲ ਕੁਝ ਧਿਆਨ ਦਿਓ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਇਨ ਪੜ੍ਹਨੇ ਕੇ ਪਰੋ ਨਾ ਖਿਆਲਾ। ਐਨ ਲੱਗੇ ਪਾਂਧਾ ਕਲਿਆਣ ਚੰਦ ਜੀ, ਇਸ ਸੰਸਾਰ ਦੀ ਵਿਦਿਆ ਪੜ੍ਹਨ ਦੇ ਖਿਆਲ ਦੇ ਵਿੱਚ ਨਾ ਪੈਣਾ ਕਰੋ, ਕਿਉਂਕਿ ਇਹ ਕੱਲੀ ਵਿਦਿਆ ਪੜ੍ਹੀ ਹੋਵੇ ਤੇ 84 ਦੇ ਚੱਕਰ ਦੇ ਵਿੱਚ ਸੁੱਟ ਦਿੰਦੀ ਹੈ। ਉਹ ਲੇਖਾ, ਉਹ ਵਿਦਿਆ ਪੜ੍ਹੋ
ਜਿਹੜਾ ਰੱਬ ਦੀ ਦਰਗਾਹ ਦੇ ਵਿੱਚ ਜਾ ਕਰਕੇ ਸੱਚੀ ਨਿਸ਼ਾਨੀ ਬਣ ਕਰਕੇ ਤੁਹਾਡੀ ਗਵਾਹੀ ਦਿੰਦਾ ਹੈ। ਪਾਂਧਾ ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ ਉਹ ਕਿਹੜੀ ਵਿਦਿਆ ਹੈ? ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲੀ ਨਸੀਹਤ 7 ਸਾਲ ਦੀ ਉਮਰ ਦੇ ਵਿੱਚ ਗੋਪਾਲ ਚੰਦ ਪਾਂਧੇ ਨੂੰ ਦਿੱਤੀ। ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਗੁਰੂ ਮਹਾਰਾਜ ਕਹਿਣ ਲੱਗੇ, ਸੱਚੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਲਿਖ, ਉਹਦੀ ਸਿਫਤ ਸਲਾਹ ਦੇ ਲੇਖੇ ਦੇ ਵਿੱਚ ਪੈਣਾ ਕਰ। ਦੁਨੀਆ ਦੇ ਲੇਖਿਆਂ ਦਾ ਅੰਤ ਆ ਸਕਦਾ ਏ, ਦੁਨੀਆ ਦੇ ਹਿਸਾਬ ਕਿਤਾਬ ਮੁੱਕ ਸਕਦੇ ਨੇ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਤੇ ਉਹਦੇ ਨਾਮ ਦੀਆਂ ਬਰਕਤਾਂ ਅਮੁੱਕ ਨੇ। ਮਹਾਰਾਜ ਕਹਿਣ ਲੱਗੇ, ਇਹ ਹਿਸਾਬ ਕਿਤਾਬ ਨੂੰ ਕਰ। ਇਹ ਹਿਸਾਬ ਕਿਤਾਬ ਸੱਚੀ ਦਰਗਾਹ ਦੇ ਵਿੱਚ ਤੇਰੇ ਕੰਮ ਆਵੇਗਾ, ਜਿੱਥੇ ਜਾ ਕਰਕੇ ਲੇਖਾ ਦੇਣਾ ਹੈ। ਨਿਸ਼ਾਨ ਦਾ ਅਰਥ ਹੁੰਦਾ ਏ ਨਿਸ਼ਾਨੀ। ਪੁਰਾਣੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਹੱਥ ਲਿਖਤ ਜਿੱਥੇ ਤਦਕਰਾ ਲਿਖਿਆ ਹੁੰਦਾ ਏ ਨਾ, ਉੱਥੇ ਕਈ ਬੀੜਾਂ ਵਿੱਚ ਲਿਖਿਆ ਹੁੰਦਾ ਸੀ ਜਪ ਨਿਸ਼ਾਨ। ਜਪਜੀ ਸਾਹਿਬ ਜੀ ਦਾ ਨਾਮ ਸੀ ਜਪ ਨਿਸ਼ਾਨ। ਨਿਸ਼ਾਨ ਦਾ ਅਰਥ ਹੁੰਦਾ ਏ ਨਿਸ਼ਾਨੀ। ਇਹ ਗੁਰਬਾਣੀ ਰੱਬ ਦੀ ਦਰਗਾਹ ਦੀ ਨਿਸ਼ਾਨੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਏ ਨਾ, ਜਪਜੀ ਸਾਹਿਬ ਨਾਲ ਨਿਸ਼ਾਨੀ ਜਾਂਦੀ ਹੈ ਤੇ ਦਰਗਾਹ ਦੇ ਵਿੱਚ ਬੰਦੇ ਨੂੰ ਸੁਰਖਰੂ ਕਰਵਾਉਂਦੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਨਸੀਹਤ ਲੈ ਕਰਕੇ ਪਾਂਧਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਉੱਪਰ ਡਿੱਗ ਪਿਆ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਪਹਿਲੀ ਨਸੀਹਤ, ਪਹਿਲੀ ਸਿੱਖਿਆ, ਪਹਿਲਾ ਉਪਦੇਸ਼। ਗੁਰੂ ਨਾਨਕ ਸਾਹਿਬ ਜੀ ਜਿੱਥੇ ਵੀ ਗਏ ਨੇ, ਸੱਚੇ ਪਾਤਸ਼ਾਹ ਜੀ ਨੇ ਉੱਥੇ ਹੀ ਆਪਣੇ ਉਪਦੇਸ਼ਾਂ ਸੰਦੇਸ਼ਾਂ ਦੇ ਨਾਲ ਨਿਹਾਲ ਕਰਤਾਰਥ ਕੀਤਾ ਹੈ। ਮਹਾਰਾਜ ਸਾਹਿਬ ਜੀ ਹਿੰਦੂ ਧਰਮ ਦੇ ਤੀਰਥਾਂ ਦੇ ਉੱਪਰ ਜਾ ਕਰਕੇ ਕਰਮ ਕਾਂਡਾਂ ਨੂੰ ਰੋਕ ਕਰਕੇ ਹੱਕ ਸੱਚ ਦਾ ਉਪਦੇਸ਼ ਸੰਦੇਸ਼ ਦਿੰਦੇ ਰਹੇ। ਕਾਂਸ਼ੀ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਨੇ ਜਾ ਕੇ ਚਰਨ ਪਾਏ, ਉੱਥੋਂ ਦਿਆਂ ਲੋਕਾਂ ਨੂੰ ਕੁਕਰਮ ਛੱਡ ਕੇ ਸੁਕਰਮ ਕਰਨ ਵਾਸਤੇ ਪ੍ਰੇਰਿਤ ਕੀਤਾ। ਹਰਿਦੁਆਰ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ। ਇਸਲਾਮ ਧਰਮ ਦੇ ਮੱਕੇ ਮਦੀਨੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਗਏ ਨੇ। ਗੁਰੂ ਨਾਨਕ ਸਾਹਿਬ ਜੀ ਜਦੋਂ ਮੱਕੇ ਮਦੀਨੇ ਵਿੱਚ ਗਏ ਨੇ ਤੇ ਜਿੱਧਰਲੇ ਪਾਸੇ ਗੁਰੂ ਖਾਲਸਾ ਜੀ ਇਸਲਾਮ ਦਾ ਕਾਬਾ ਸੀ, ਉਧਰ ਨੂੰ ਗੁਰੂ ਨਾਨਕ ਦੇ ਪਾਤਸ਼ਾਹ ਜੀ ਚਰਨ ਵਿਛਾ ਕਰਕੇ ਤੇ ਲੇਟ ਗਏ ਨੇ। ਉੱਥੋਂ ਦੇ ਕਾਜੀ, ਉੱਥੋਂ ਦੇ ਹਾਜੀ, ਉੱਥੋਂ ਦੇ ਮੌਲਵੀ ਮੁਲਾਨੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਏ। ਉਹਨਾਂ ਦਾ ਸ਼੍ਰੋਮਣੀ ਗੁਰੂ ਖਾਲਸਾ ਜੀ ਜਿਹੜਾ ਮੌਲਾਨਾ ਸੀ, ਜਿਹੜਾ ਪੀਰ ਸੀ, ਉਹਦਾ ਨਾਮ ਸੀ ਕਾਜੀ ਰੁਕਨਦੀਨ। ਉਹ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਇਆ ਤੇ ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ ਤੁਸੀਂ ਜਾਹਲ ਹੋ, ਤੁਸੀਂ ਮੂਰਖ ਹੋ, ਖੁਦਾ ਦੇ ਘਰ ਵੱਲ ਨੂੰ ਤੁਸੀਂ ਪੈਰ ਕਰਕੇ ਸੁੱਤੇ ਪਏ ਹੋ। ਤੇ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ, ਕਹਿਣ ਲੱਗੇ ਜਿੱਧਰ ਖੁਦਾ ਦਾ ਘਰ ਨਹੀਂ ਹੈ ਉਧਰ ਤੁਸੀਂ ਮੇਰੇ ਪੈਰ ਕਰਦੇ ਹੋ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਏ, ਟੰਗੋ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਈ। ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੋਂ ਪਕੜ ਕਰਕੇ ਤੇ ਮਹਾਰਾਜ ਦੇ ਚਰਨ ਦੂਜੇ ਪਾਸੇ ਨੂੰ ਘੁਮਾ ਦਿੱਤੇ। ਜਿੱਧਰ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਘੁਮਾਉਂਦੇ ਨੇ,
ਉਧਰ ਨੂੰ ਮੱਕਾ ਘੁੰਮਦਾ ਜਾਂਦਾ ਏ। ਜਿੱਧਰ ਸੱਚੇ ਪਾਤਸ਼ਾਹ ਜੀ ਦੇ ਚਰਨ ਕਰਦੇ ਨੇ ਉਧਰਲੇ ਪਾਸੇ ਨੂੰ ਮੱਕਾ ਚਲਿਆ ਜਾਂਦਾ ਏ। ਆਖਰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਡਿੱਗੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਉਹਨਾਂ ਦੇ ਨਾਲ ਗੁਫ਼ਤਗੂ ਹੋਈ। ਸੱਚੇ ਪਾਤਸ਼ਾਹ ਨੇ ਆਉਣ ਦੇ ਕੁਝ ਭਵਿੱਖਤ ਵਾਕ ਵੀ ਕਹੇ, ਜਿਹਨੂੰ ਗੁਰੂ ਖਾਲਸਾ ਜੀ ਕਰਨੀਨਾਮਾ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਜੀ ਨੇ ਮੱਕਾ ਮਦੀਨਾ ਤਾਰਿਆ ਤੇ ਮਰਦਾਨੇ ਨੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਫਰਿਆਦ ਕੀਤੀ, ਸੱਚੇ ਪਾਤਸ਼ਾਹ, ਧਰਮ ਭਾਵੇਂ ਮੇਰਾ ਮੁਸਲਮਾਨ ਸੀ ਪਰ ਜਾਤ ਦਾ ਮੈਂ ਮਿਰਾਸੀ ਸਾਂ। ਲੂਣ ਤੇਲ ਦਾ ਸਹਿਸਾ ਰਹਿੰਦਾ ਸੀ। ਲੋਕਾਂ ਦੇ ਵਿਆਹਾਂ ਸ਼ਾਦੀਆਂ ਤੇ ਠੱਠੇ ਮਖੌਲ ਕਰਕੇ ਮੈਂ ਆਪਣਾ ਢਿੱਡ ਭਰਦਾ। ਮੈਂ ਕਿੱਥੇ ਮੱਕੇ ਦਾ ਹਜ ਕਰਨਾ ਸੀ, ਜ਼ਿਆਰਤ ਕਰਨੀ ਸੀ। ਸੱਚੇ ਪਾਤਸ਼ਾਹ ਤੁਸਾਂ ਨੇ ਮੈਨੂੰ ਮੱਕਾ ਦਿਖਾ ਦਿੱਤਾ, ਇਹ ਮੇਰੇ ਉੱਪਰ ਮਿਹਰ ਕੀਤੀ ਹੈ। ਮੈਂ ਤੁਹਾਡੇ ਇਸ ਮਿਹਰੋ ਕਰਮ ਦਾ ਅਹਿਸਾਨ ਪੂਰੀ ਜ਼ਿੰਦਗੀ ਨਹੀਂ ਚੁਕਾ ਸਕਦਾ। ਹੁਣ ਸੱਚੇ ਪਾਤਸ਼ਾਹ ਆਏ ਹੋ ਤੇ ਰੂਮ ਸ਼ਾਮ ਵੀ ਦਿਖਾ ਦਿਓ, ਕਿਉਂਕਿ ਗੁਰੂ ਖਾਲਸਾ ਜੀ ਇਸਲਾਮ ਧਰਮ ਦਾ ਕੇਂਦਰ ਮੱਕਾ ਮਦੀਨਾ ਹੈ ਤੇ ਈਸਾਈ ਧਰਮ ਦਾ ਕੇਂਦਰ ਰੋਮ, ਜਿਹਨੂੰ ਅੱਜ ਕੱਲ ਰੋਮ ਇਟਲੀ ਦੇਸ਼ ਦੀ ਰਾਜਧਾਨੀ ਕਹਿੰਦੇ ਨੇ। ਕਹਿੰਦੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਰੂਮ ਸ਼ਾਮ ਵੀ ਦਿਖਾ ਦੇਵੋ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਜੇ ਇਹ ਗੱਲ ਹੈ ਤੇ ਚੱਲ ਮਰਦਾਨਿਆਂ, ਤੈਨੂੰ ਰੂਮ ਵੀ ਦਿਖਾਉਣੇ ਆ ਤੇ ਤੈਨੂੰ ਸ਼ਾਮ ਸੀਰੀਆ ਵੀ ਦਿਖਾਉਣੇ ਆ। ਗੁਰੂ ਨਾਨਕ ਸਾਹਿਬ ਜੀ ਅੱਗੇ ਅੱਗੇ ਚੱਲ ਪਏ ਨੇ, ਪਿੱਛੇ ਪਿੱਛੇ ਭਾਈ ਮਰਦਾਨਾ ਤੇ ਭਾਈ ਬਾਲਾ ਚੱਲਿਆ ਏ। ਗੁਰੂ ਨਾਨਕ ਸਾਹਿਬ ਜੀ ਨੇ ਖੁਸ਼ਕੀ ਮਾਰਗ ਚੁਣਿਆ ਹੈ, ਕਿਉਂਕਿ 3 ਮਾਰਗ ਹੁੰਦੇ ਨੇ। ਇੱਕ ਖੁਸ਼ਕੀ ਮਾਰਗ ਹੁੰਦਾ ਏ, ਇੱਕ ਬਹਿਰੀ ਮਾਰਗ ਹੁੰਦਾ ਏ ਤੇ ਇੱਕ ਆਕਾਸ਼ੀ ਮਾਰਗ ਹੁੰਦਾ ਏ। ਜਿਹੜੇ ਮਾਰਗ ਦੇ ਉੱਪਰ ਤੁਰ ਕੇ ਜਾਇਆ ਜਾਵੇ ਉਹਨੂੰ ਖੁਸ਼ਕੀ ਮਾਰਗ ਕਹਿੰਦੇ ਨੇ। ਬਹਿਰ ਫਾਰਸੀ ਭਾਸ਼ਾ ਦੇ ਵਿੱਚ ਸਮੁੰਦਰ ਨੂੰ ਕਹਿੰਦੇ ਨੇ, ਸਮੁੰਦਰੀ ਮਾਰਗ ਨੂੰ ਬਹਿਰੀ ਮਾਰਗ ਕਹਿੰਦੇ ਨੇ, ਅਸਮਾਨੀ ਮਾਰਗ ਨੂੰ ਆਕਾਸ਼ੀ ਮਾਰਗ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਜੀ ਨੇ ਖੁਸ਼ਕੀ ਮਾਰਗ ਚੁਣਿਆ ਹੈ। ਸੱਚੇ ਪਾਤਸ਼ਾਹ ਜੀ ਮੱਕੇ ਤੋਂ ਮਦੀਨੇ, ਮਦੀਨੇ ਤੋਂ ਕਰਬਲਾ ਨੂੰ ਹੁੰਦੇ ਹੋਏ ਸੱਚੇ ਪਾਤਸ਼ਾਹ ਜੀ ਮਿਸਰ ਦੇਸ਼ ਵਿੱਚ ਪਹੁੰਚ ਗਏ ਨੇ। ਬੜੇ ਕਾਜੀ, ਮੁਲਾਨੇ, ਮੌਲਵੀ, ਪੀਰ, ਫਕੀਰ, ਸਮੇਂ ਦੀਆਂ ਧਾਰਮਿਕ ਹਸਤੀਆਂ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੀਆਂ ਨੇ ਤੇ ਸੱਚੇ ਪਾਤਸ਼ਾਹ ਨੇ ਆਪਣਾ ਉਪਦੇਸ਼ ਦੇ ਕਰਕੇ ਉਹਨਾਂ ਨੂੰ ਤਾਰਿਆ ਹੈ। ਗੁਰੂ ਗਰੀਬ ਨਵਾਜ਼ ਜੀ ਮਿਸਰ ਵਿੱਚ ਗਏ ਨੇ, ਉੱਥੋਂ ਦੇ ਲੋਕਾਂ ਦਾ ਹਾਲ ਦੇਖਿਆ ਏ। ਲੋਕਾਂ ਦੇ ਪਾਟੇ ਹੋਏ ਕੱਪੜੇ ਨੇ, ਭੁੱਖੇ ਢਿੱਡ ਨੇ। ਮਰਦਾਨਾ ਕਹਿਣ ਲੱਗਾ, ਸੱਚੇ ਪਾਤਸ਼ਾਹ ਇਹ ਦੇਸ਼ ਵਿੱਚ ਕੋਈ ਕਾਲ ਪਿਆ ਏ। ਸੱਚੇ ਪਾਤਸ਼ਾਹ ਕਹਿੰਦੇ ਚਲੋ ਰਾਜ ਤਖਤੇ ਤੋਂ ਪਤਾ ਕਰਦੇ ਐ। ਅੱਜ ਕੱਲ ਜਿਹਨੂੰ ਵਿਸ਼ਵ ਦੇ ਨਕਸ਼ੇ ਦੇ ਵਿੱਚ ਇਜਿਪਟ ਕਹਿੰਦੇ ਨੇ, ਪਹਿਲਾ ਨਾਮ ਇਹਦਾ ਮਿਸਰ ਸੀ। ਇਹਦੀ ਰਾਜਧਾਨੀ ਉਹਦਾ ਨਾਮ ਕੈਕ ਹੈ, ਜਿਹਨੂੰ ਅੱਜ ਕੱਲ ਕਾਇਰੋ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਜੀ ਕਾਇਰੋ ਸ਼ਹਿਰ ਦੇ ਵਿੱਚ ਚਲੇ ਗਏ ਨੇ। ਇੱਕ ਪਾਸੇ ਗੁਰੂ ਖਾਲਸਾ ਜੀ ਨੀਲ ਦਰਿਆ ਵਗਦਾ ਪਿਆ ਏ, ਇੱਕ ਪਾਸੇ ਗੁਰੂ ਖਾਲਸਾ ਜੀ ਸਵੇਜ ਨਦੀ ਵਗਦੀ ਪਈ ਹੈ। ਰਾਜੇ ਦਾ ਬੜਾ ਅਲੀਸ਼ਾਨ ਮਹੱਲ ਕਿਲਾ ਬਣਿਆ ਹੋਇਆ ਏ ਤੇ ਦੱਖਣੀ ਦਰਵਾਜ਼ੇ ਦੇ ਉੱਪਰ ਜਾ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ ਨੇ। ਉੱਥੇ ਅੱਜ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦਾ ਥੜਾ ਬਣਿਆ ਹੋਇਆ ਏ, ਜਿਹਦੇ ਉੱਪਰ ਲਿਖਿਆ ਏ ਅਲ ਵਲੀ ਨਾਨਕਾ ਮੁਕਾਮ। ਮਿਸਰ ਦੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਅਲ ਵਲੀ ਨਾਨਕਾ ਕਹਿ ਕਰਕੇ ਪੁਕਾਰਿਆ। ਉੱਥੇ ਇੱਕ ਖੂਹ ਬਣਿਆ ਹੋਇਆ ਏ, ਜਿਹਦੇ ਵਿੱਚ ਗੁਰੂ ਖਾਲਸਾ ਜੀ ਕੋ ਬੌਲੀ ਦਾ ਰੂਪ ਹੈ
ਕੁਝ ਨੀਲ ਦਰਿਆ ਦਾ ਆ ਕੇ ਪਾਣੀ ਪੈਂਦਾ ਏ, ਕੁਝ ਸਵੇਜ ਨਦੀ ਦਾ ਪਾਣੀ ਪੈਂਦਾ ਏ। ਗੁਰੂ ਨਾਨਕ ਸਾਹਿਬ ਜੀ ਨੇ ਉਹ ਖੂਹ ਦੇ ਵਿੱਚੋਂ ਇਸ਼ਨਾਨ ਕੀਤਾ ਏ। ਅੰਮ੍ਰਿਤ ਵੇਲੇ ਬੈਠ ਕੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਏ। ਆਸਾ ਜੀ ਦੀ ਵਾਰ ਦਾ ਕੀਰਤਨ ਗੁਰੂ ਨਾਨਕ ਸਾਹਿਬ ਜੀ ਨੇ ਗਾਉਣਾ ਸ਼ੁਰੂ ਕੀਤਾ ਏ। ਭਾਈ ਮਰਦਾਨੇ ਨੇ ਰਵਾਬ ਵਜਾਉਣੀ ਸ਼ੁਰੂ ਕੀਤੀ ਹੈ। ਸੱਚੇ ਪਾਤਸ਼ਾਹ ਜਿਉਂ-ਜਿਉਂ ਕੀਰਤਨ ਕਰਦੇ ਨੇ, ਜਿਹੜਾ ਸੱਚੇ ਪਾਤਸ਼ਾਹ ਦਾ ਕੀਰਤਨ ਸੁਣਦਾ ਏ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਮੁਰੀਦ ਹੁੰਦਾ ਜਾਂਦਾ ਏ। ਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕ ਕੇ ਚੌਂਕੜਾ ਲਾ ਕਰਕੇ ਸੱਚੇ ਪਾਤਸ਼ਾਹ ਦਾ ਕੀਰਤਨ ਸੁਣਨ ਨੂੰ ਲੱਗ ਜਾਂਦਾ ਏ। ਸੱਚੇ ਪਾਤਸ਼ਾਹ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਏ ਤੇ ਕੈਰੋ ਸ਼ਹਿਰ ਦੇ ਮਸ਼ਹੂਰ ਬੰਦੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਬੈਠ ਗਏ ਨੇ। ਉਥੋਂ ਦੀ ਪ੍ਰਜਾ ਗੁਰੂ ਨਾਨਕ ਸਾਹਿਬ ਜੀ ਦੀ ਮੁਰੀਦ ਹੋ ਗਈ ਹੈ। ਜਿਵੇਂ ਕਮਲ ਦੀ ਸੁਗੰਧੀ ਨੂੰ ਲੈਣ ਵਾਸਤੇ ਭੌਰਾ ਭੱਜ ਕੇ ਆਉਂਦਾ ਏ, ਏਦਾਂ ਗੁਰੂ ਨਾਨਕ ਸਾਹਿਬ ਜੀ ਜੋ ਰੱਬੀ ਬਾਣੀ ਦਾ ਕੀਰਤਨ ਕਰਦੇ ਪਏ ਨੇ ਉਸ ਨੂੰ ਸੁਣਨ ਵਾਸਤੇ ਉਥੋਂ ਦੇ ਲੋਕ ਆਉਂਦੇ ਪਏ ਨੇ। ਉੱਥੋਂ ਦਾ ਇੱਕ ਪੀਰ ਸੀ ਜਿਹਦਾ ਨਾਮ ਸੀ ਜਲਾਲ, ਯਾਨੀ ਗਿਆਨ ਸਿੰਘ ਜੀ ਨੇ ਤਵਾਰੀ ਗੁਰੂ ਖਾਲਸਾ ਵਿੱਚ ਲਿਖਿਆ ਹੈ। ਇਹ ਦਸਤਗੀਰ ਦਾ ਚੇਲਾ ਸੀ ਤੇ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਤੋਂ ਵਾਕਿਫ ਸੀ। ਇਹਨੂੰ ਜਦੋਂ ਪਤਾ ਲੱਗਾ ਕਿ ਜਗਤ ਬਾਬਾ ਹਿੰਦੇ ਪੀਰ ਗੁਰੂ ਨਾਨਕ ਚੱਲ ਕਰਕੇ ਆਇਆ ਏ, ਇਹ ਦੌੜਿਆ ਏ ਆਪਣੇ ਮਰੀਦਾਂ ਨੂੰ ਨਾਲ ਲੈ ਕੇ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਵਾਸਤੇ। ਗੁਰੂ ਨਾਨਕ ਸਾਹਿਬ ਜੀ ਦਾ ਆ ਕੇ ਦਰਸ਼ਨ ਡਿਠਾ, ਮਨ ਵਿੱਚ ਭਾਵਨਾ ਕੀਤੀ, ਜੇ ਗੁਰੂ ਨਾਨਕ ਸਾਹਿਬ ਜੀ ਪੂਰੇ ਪੀਰ ਨੇ ਤੇ ਮੈਨੂੰ ਅਰਬੀ ਬੋਲੀ ਦੇ ਵਿੱਚ ਕੀਰਤਨ ਸੁਣਾਓ ਨਾ। ਤੇ ਗੁਰੂ ਨਾਨਕ ਸਾਹਿਬ ਜੀ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹਦੇ ਹਿਰਦਿਆਂ ਦੀ ਜਾਣਨ ਹਾਰ ਹੈ, ਜਲਾਲ ਦੇ ਹਿਰਦੇ ਦੀ ਗੱਲ ਕਿਉਂ ਨਾ ਜਾਣਦੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਅਰਬੀ ਬੋਲੀ ਵਿੱਚ ਸ਼ਬਦ ਗਾਇਆ ਏ ਤੇ ਭਾਈ ਮਰਦਾਨੇ ਨੇ ਰਵਾਬ ਵਜਾਈ ਹੈ। ਜਲਾਲ ਪੀਰ ਝੁਕ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਉੱਪਰ ਡਿੱਗ ਪਿਆ ਏ। ਸੱਚੇ ਪਾਤਸ਼ਾਹ ਜੀ ਨੇ ਜਲਾਲ ਪੀਰ ਨੂੰ ਉਪਦੇਸ਼ ਦੇਣ ਵਾਸਤੇ ਸ਼ਬਦ ਪੜ੍ਹਿਆ ਏ, ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ, ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ। ਇਹ ਜਹਾਨ ਦੇ ਉੱਪਰ ਜੋ ਚੱਲ ਕੇ ਆਇਆ ਏ ਉਹਨੇ ਇੱਕ ਦਿਨ ਇਹ ਜਹਾਨ ਨੂੰ ਛੱਡ ਕੇ ਜਾਣਾ ਏ। ਇਹ ਜਹਾਨ ਦੇ ਉੱਪਰ ਕੋਈ ਟਿਕਿਆ ਏ ਉਹ ਗੁਰੂ ਪਰੰਪਰਾ ਟਿਕੀ ਹੈ ਜਾਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਟਿਕਿਆ ਏ। ਸ਼ੰਕਾ ਨਾ ਕਰ ਲਿਓ, ਕਿਉਂਕਿ ਸਾਡੇ ਸ਼ੰਕੇ ਵਾਲੇ ਸੁਭਾਵ ਨੇ। ਕਈ ਸ਼ੰਕਾ ਕਰਕੇ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਵੀ ਆਮ ਹੀ ਮਨੁੱਖ ਸਨ। ਗੁਰੂ ਨਾਨਕ ਸਾਹਿਬ ਵੀ ਇਹ ਜਿਸਮਾਨੀ ਸਰੀਰ ਨੂੰ ਛੱਡ ਕਰਕੇ ਚਲੇ ਗਏ। ਗੁਰੂ ਅੰਗਦ ਸਾਹਿਬ ਜੀ ਵੀ ਛੱਡ ਕਰਕੇ ਇਹ ਚੋਲੇ ਨੂੰ ਚਲੇ ਗਏ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਵਨ ਬਚਨ ਹੈ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਅੰਗਦ ਸਾਹਿਬ ਜੀ ਦੇ ਵਿੱਚ ਵਿਦਿਆਮਾਨ ਹੋਈ। ਗੁਰੂ ਅੰਗਦ ਸਾਹਿਬ ਜੀ ਦੇ ਵਿੱਚ ਜੋ ਗੁਰੂ ਨਾਨਕ ਸਾਹਿਬ ਦੀ ਜੋਤ ਵਰਤਦੀ ਸੀ, ਉਹ ਜੋਤ ਨੇ ਗੁਰੂ ਅਮਰਦਾਸ ਸਾਹਿਬ ਦੇ ਹਿਰਦੇ ਵਿੱਚ ਪ੍ਰਕਾਸ਼ ਖੇੜਾ ਕੀਤਾ। ਤੇ ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਰਾਜਮਾਨ ਹੈ। ਜਿੰਨਾ ਚਿਰ ਤੱਕ ਇਹ ਸੰਸਾਰ ਰਹੇਗਾ ਉਹਨਾਂ ਚਿਰ ਤੱਕ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਰੰਪਰਾ ਇਹ ਜਹਾਨ ਤੇ ਰਹੇਗੀ। ਜਿੱਦਣ ਸੰਸਾਰ ਖਤਮ ਹੋ ਗਿਆ ਉਦਣ ਗੁਰੂ ਗ੍ਰੰਥ ਸਾਹਿਬ ਜੀ , ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਣਗੇ।
ਸੰਸਾਰ ਜਿਹੜੇ ਮਾਰਗ ਦੇ ਉੱਪਰ ਆ ਰਿਹਾ ਏ, ਗੁਰੂ ਉਹ ਮਾਰਗ ਤੇ ਨਾ ਆਇਆ ਤੇ ਨਾ ਆਵੇਗਾ। ਕਈ ਸ਼ੰਕਾ ਕਰਦੇ ਨੇ ਜੀ ਗੁਰੂ ਨਾਨਕ ਸਾਹਿਬ ਜੀ ਵੀ ਆਮ ਹੀ ਬੰਦੇ ਸਨ। ਕਿਸੇ ਨੇ ਲਿਖਿਆ, ਕਹਿੰਦਾ ਤਾਰੇ ਗਿਨੇ ਜਾਤ ਹੈ, ਤੇਰੇ ਤਾਰੇ ਨਾ ਗਨਾਤ ਹੈ। ਦੁਨੀਆ ਦੇ ਉੱਪਰੋਂ ਤਾਰੇ ਗਿਣੇ ਜਾ ਸਕਦੇ ਨੇ, ਪਰ ਜਿੰਨੇ ਬਾਬੇ ਨਾਨਕ ਨੇ ਤਾਰ ਦਿੱਤੇ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਗੁਰੂ ਅਰਜਨ ਦੇਵ ਜੀ ਤੇ ਕਹਿੰਦੇ ਪਏ ਨੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਨਿਆ ਪੇਖਿਆ, ਸੀ ਫਿਰ ਗਰਭਾਸ ਨਾ ਭਰਿਆ ਰੇ। ਜਿਨੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਸੁਣ ਲਿਆ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਲਏ, ਉਹ ਗਰਭ ਜੂਨਾ ਵਿੱਚ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ ਜੀ ਦੀ ਏਡੀ ਵੱਡੀ ਹਸਤੀ ਹੈ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਦੁਨੀਆ ਦੇ ਵਿੱਚ ਗੁਰੂ ਖਾਲਸਾ ਜੀ, ਕੁਝ ਲੋਕ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਆਮ ਮਨੁੱਖਾਂ ਵਰਗੇ ਸਨ। ਉਹਨਾਂ ਦੀ ਹਸਤੀ ਅਕਾਲ ਪੁਰਖ ਪਰਮੇਸ਼ਰ ਨੇ ਆਪ ਸਵਾਰੀ ਸੀ, ਬਲਕਿ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਆਪ ਹੀ ਨਰਾਇਣ ਦੁਨੀਆ ਦੇ ਉੱਪਰ ਚੱਲ ਕਰਕੇ ਆਇਆ ਸੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਲਾਲ ਪੀਰ ਦੇ ਹਿਰਦੇ ਦੀ ਪੂਰਿਆਂ ਕਰਕੇ ਜਲਾਲ ਪੀਰ ਦੇ ਨਾਲ ਗੁਫ਼ਤਗੂ ਕਰਨ ਲੱਗੇ ਨੇ, ਧਾਰਮਿਕ ਗੋਸ਼ਟ ਕਰਨ ਲੱਗੇ ਨੇ। ਮਰਦਾਨਾ ਕਹਿਣ ਲੱਗਾ, ਜਲਾਲ ਪੀਰ ਜੀ ਤੁਹਾਡੇ ਦੇਸ਼ ਵਿੱਚ ਕੁਝ ਭੁੱਖਮਰੀ, ਕੁਝ ਕਾਲ ਪਿਆ ਹੋਇਆ ਏ। ਜਲਾਲ ਸ਼ਰਮਿੰਦਾ ਹੋਇਆ, ਕਹਿਣ ਲੱਗਾ, ਸੱਚੇ ਪਾਤਸ਼ਾਹ ਇੱਥੇ ਕੋਈ ਕੁਦਰਤੀ ਕਾਲ ਨਹੀਂ ਪਿਆ ਹੋਇਆ, ਇੱਥੋਂ ਦੇ ਬਾਦਸ਼ਾਹ ਨੇ ਦੁਨੀਆ ਦੇ ਉੱਪਰ ਕਾਲ ਪਾਇਆ ਹੋਇਆ ਏ। ਇਹ ਬਾਦਸ਼ਾਹ ਹਮੀਦ ਬੜਾ ਅਤਿਆਚਾਰੀ, ਲੋਕਾਂ ਦੇ ਉੱਪਰ ਜ਼ੁਲਮ ਕਰਨ ਵਾਲਾ ਹੈ, ਤੇ ਮੇਰਾ ਚੇਲਾ ਹੀ ਹੈ, ਪਰ ਲੋਕਾਂ ਦੇ ਉੱਪਰ ਅਤਿਆਚਾਰ ਜ਼ੁਲਮ ਬੜਾ ਕਰਦਾ ਏ। ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਇਹ ਦੁਨੀਆ ਦੇ ਉੱਪਰ ਜ਼ੁਲਮ ਕੈਸਾ ਕਰਦਾ ਏ। ਜਲਾਲ ਕਹਿਣ ਲੱਗਾ, ਸੱਚੇ ਪਾਤਸ਼ਾਹ ਅੱਜ ਤੋਂ 2000 ਸਾਲ ਪਹਿਲਾਂ ਇੱਕ ਹਾਰੂਨ ਬਾਦਸ਼ਾਹ ਹੋਇਆ ਏ, ਮੂਸਾ ਪੈਗੰਬਰ ਦੇ ਵੇਲੇ, ਮਿਸਰ ਦੇ ਵਿੱਚ ਹੀ ਹੋਇਆ ਏ। ਇਹਨੇ ਗੁਰੂ ਖਾਲਸਾ ਜੀ 40 ਗੰਜ ਧਨ ਦਾ ਇਕੱਠਿਆ ਕੀਤਾ ਸੀ। ਗੰਜ ਕਹਿੰਦੇ ਨੇ ਖਜ਼ਾਨੇ ਨੂੰ, 40 ਖਜ਼ਾਨੇ ਧਨ ਦੇ ਇਕੱਠੇ ਕੀਤੇ ਸਨ। ਉਹਨਾਂ ਖਜ਼ਾਨਿਆਂ ਦੀਆਂ ਚਾਬੀਆਂ ਦਾ ਬੋਝ 300 ਖੱਚਰਾਂ ਦੇ ਉੱਪਰ ਲੱਦਿਆ ਜਾਂਦਾ ਸੀ। ਲੋਕਾਂ ਦੇ ਉੱਪਰ ਅਤਿਆਚਾਰ ਕਰਦਾ ਸੀ, ਤਸ਼ੱਦਦ ਕਰਦਾ ਸੀ। ਹਜ਼ਰਤ ਮੂਸਾ ਉਹਨੂੰ ਸਮਝਾਉਂਦੇ ਸਨ, ਉਹ ਸਮਝਦਾ ਨਹੀਂ ਸਨ। ਤੇ ਇੱਕ ਦਿਨ ਹਜ਼ਰਤ ਮੂਸਾ ਨੇ ਕਰੜਾ ਬੋਲ ਕਹਿ ਕਰਕੇ ਉਹਦਾ ਰਾਜ ਭਾਗ, ਉਹਦੇ ਹੀਰੇ ਜਵਾਹਰਾਤਾਂ ਦੇ ਖਜ਼ਾਨੇ ਸਭ ਕੁਝ ਗਰਕ ਕਰ ਦਿੱਤਾ। ਸੱਚੇ ਪਾਤਸ਼ਾਹ ਉਹਦਾ ਹੀ ਭਾਈ ਇਹ 2000 ਸਾਲ ਬਾਅਦ ਪੈਦਾ ਹੋਇਆ ਹੈ। ਇਹਨੇ ਆਪਣੀ ਪ੍ਰਜਾ ਦੇ ਵਿੱਚ ਇੱਕ ਕੌਡੀ ਨਹੀਂ ਰਹਿਣ ਦਿੱਤੀ। ਸੱਚੇ ਪਾਤਸ਼ਾਹ ਇਹ ਏਡਾ ਧਨ ਦਾ ਹਵਸੀ ਹੈ, ਧਨ ਦੀ ਹਵਸ ਵਿੱਚ ਲੱਗ ਕਰਕੇ ਇਹਨੇ ਆਪਣੀ ਧੀ ਦੇ ਤਾਈਂ ਵੀ ਬੇਪਤ ਕਰ ਦੇਣਾ ਕੀਤਾ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ, ਉਹ ਕਿਵੇਂ ਕੀਤਾ ਹੈ? ਕਹਿਣ ਲੱਗੇ, ਮਹਾਰਾਜ ਜਦੋਂ ਇਹਨੂੰ ਪਤਾ ਲੱਗ ਗਿਆ ਨਾ ਕਿ ਮੇਰੇ ਰਾਜ ਭਾਗ ਵਿੱਚ ਕਿਸੇ ਦੀ ਜੇਬ ਵਿੱਚ ਕੌਡੀ ਨਹੀਂ ਬਚੀ। ਪਹਿਲਾਂ ਕੌਡੀਆਂ ਚੱਲਦੀਆਂ ਹੁੰਦੀਆਂ ਸੀ, ਮੋਰੀ ਵਾਲੇ ਪੈਸੇ ਚੱਲਦੇ ਹੁੰਦੇ ਸਨ। ਪਿੰਡਾਂ ਵਿੱਚ ਸ਼ਾਇਦ ਕਿਤੇ ਕਿਤੇ ਅੱਜ ਵੀ ਦੇਖਣ ਨੂੰ ਮਿਲ ਜਾਂਦੇ ਨੇ। ਇਹਨੇ ਆਪਣੇ ਵਜ਼ੀਰਾਂ ਨੂੰ ਪੁੱਛਿਆ ਕਿ ਮੇਰੇ ਰਾਜ ਵਿੱਚ ਕਿਸੇ ਦੇ ਕੋਲ ਕੌਡੀ ਹੈ? ਉਹ ਕਹਿਣ ਲੱਗੇ, ਤੇਰੇ ਰਾਜ ਵਿੱਚ ਕਿਸੇ ਦੇ ਕੋਲ ਖਾਣ ਲਈ ਇੱਕ ਦਾਣਾ ਨਹੀਂ, ਕੌਡੀ ਕਿੱਥੋਂ ਲੱਭਣੀ ਹੈ? ਉਹ ਕਹਿਣ ਲੱਗਾ, ਜੇ ਮੈਂ ਪਰਖ ਕਰ ਲਵਾਂ। ਕਹਿਣ ਲੱਗੇ, ਕਰ ਲਵੋ। ਹਮੀਦ ਨੇ ਆਪਣੀ ਧੀ ਦੇ ਗੁੱਟੋਂ ਫੜਿਆ ਤੇ ਉਹਨੂੰ ਚਰਾਏ ਵਿੱਚ ਖੜਿਆ ਕਰਕੇ
ਕਹਿਣ ਲੱਗਾ ਜਿਹੜਾ ਮੇਰੀ ਧੀ ਦੇ ਨਾਲ ਨਿਕਾਹ ਕਰਨਾ ਚਾਹੁੰਦਾ ਏ, ਵਿਆਹ ਕਰਨਾ ਚਾਹੁੰਦਾ ਏ, ਉਹ ਮੈਨੂੰ ਇੱਕ ਚਾਂਦੀ ਦਾ ਸਿੱਕਾ ਲਿਆ ਕੇ ਦੇਵੇ। ਸੱਚੇ ਪਾਤਸ਼ਾਹ ਜੀ, ਦੁਨੀਆ ਦੇ ਲੋਕ ਆਉਂਦੇ ਨੇ ਤੇ ਕਹਿੰਦੇ ਨੇ ਕਾਰੂ ਧਨ ਦਾ ਏਡਾ ਵੱਡਾ ਹਵਸੀ ਹੋ ਗਿਆ ਏ, ਧਨ ਦੀ ਹਵਸ ਵਿੱਚ ਆ ਕਰਕੇ ਇਹਨੇ ਆਪਣੀ ਧੀ ਦੀ ਪੱਤ ਵੀ ਨਹੀਂ ਛੱਡੀ। ਇੱਕ ਨੌਜਵਾਨ ਆਇਆ ਤੇ ਉਹਦਾ ਗੁਰੂ ਖਾਲਸਾ ਜੀ ਰਾਜੇ ਦੀ ਰਾਜਕੁਮਾਰੀ ਦੇ ਉੱਪਰ ਦਿਲ ਆ ਗਿਆ। ਉਹ ਕਹਿਣ ਲੱਗਾ ਕਿ ਮੈਂ ਇਹਦੇ ਨਾਲ ਹੀ ਵਿਆਹ ਕਰਾਵਾਂਗਾ। ਆਪਣੀ ਮਾਂ ਨੂੰ ਕਹਿਣ ਲੱਗਾ ਮੈਂ ਮਰ ਜਾਵਾਂਗਾ। ਮਾਂ ਨੇ ਸੋਚਿਆ ਵੀ ਅੱਗੇ ਸਿਰ ਦੇ ਉੱਪਰ ਪਤੀ ਦਾ ਸਾਇਆ ਨਹੀਂ, ਤੇ ਜੇ ਇਹ ਪੁੱਤ ਵੀ ਮਰ ਗਿਆ ਤੇ ਮੇਰਾ ਸੰਸਾਰ ਦੇ ਉੱਪਰ ਕੋਈ ਨਹੀਂ ਰਵੇਗਾ। ਉਹ ਕਹਿਣ ਲੱਗੀ ਘਰ ਵਿੱਚ ਦਾਣਾ ਨਹੀਂ, ਇੱਕ ਕੌਡੀ ਨਹੀਂ, ਮੈਂ ਤੈਨੂੰ ਚਾਂਦੀ ਦਾ ਰੁਪਈਆ ਕਿੱਥੋਂ ਦੇਵਾਂ। ਜਦ 2-3 ਦਿਨ ਗੁਰੂ ਖਾਲਸਾ ਜੀ ਬਤੀਤ ਹੋ ਗਏ, ਲਾਲਚ ਕਰਦਿਆਂ ਹੋਇਆਂ, ਜਿੱਦ ਕਰਦਿਆਂ ਹੋਇਆਂ, ਤੇ ਮਾਂ ਕਹਿਣ ਲੱਗੀ ਜਦੋਂ ਤੇਰਾ ਆਬੂ ਜਾਨ ਇਹ ਸੰਸਾਰ ਨੂੰ ਛੱਡ ਕਰਕੇ ਗਿਆ ਸੀ, ਤੇ ਜਦੋਂ ਉਹ ਮਰਿਆ ਸੀ ਤੇ ਉਹਦੇ ਮੂੰਹ ਦੇ ਵਿੱਚ ਚਾਂਦੀ ਦੇ ਸਿੱਕੇ ਪਾਏ ਸਨ। ਜੇ ਤੈਨੂੰ ਇੰਨੀ ਹੀ ਹਵਸ ਲੱਗੀ ਹੈ ਤੇ ਜਾ ਅੱਬੂ ਦੀ ਕਬਰ ਖੋਦ ਕੇ ਵਿੱਚੋਂ ਸਿੱਕੇ ਕੱਢ ਕੇ ਲੈ ਆ ਤੇ ਬਾਦਸ਼ਾਹ ਨੂੰ ਦੇ, ਉਹਦੇ ਸ਼ਾਇਦ ਖਜ਼ਾਨੇ ਭਰ ਜਾਣ। ਬਾਲਕ ਭੱਜ ਕੇ ਗਿਆ ਤੇ ਬਾਪੂ ਦੀ ਕਬਰ ਖੋਦੀ। ਬਾਪੂ ਦੇ ਪਿੰਜਰ ਦੇ ਵਿੱਚੋਂ ਚਾਂਦੀ ਦਾ ਰੁਪਈਆ ਕੱਢਿਆ ਤੇ ਬਾਦਸ਼ਾਹ ਦੀ ਹਜ਼ੂਰੀ ਵਿੱਚ ਜਾ ਕਰਕੇ ਹਾਜ਼ਰ ਕਰ ਦਿੱਤਾ। ਸਾਡੇ ਲੋਕਾਂ ਦੇ ਵਿੱਚ ਗੁਰੂ ਖਾਲਸਾ ਜੀ ਬੜੀਆਂ ਕੁਰੀਤੀਆਂ ਨੇ। ਇਸਲਾਮ ਵਿੱਚ ਜਦੋਂ ਬੰਦਾ ਕੋਈ ਚੜ੍ਹਾਈ ਕਰਦਾ ਏ ਤੇ ਉਹਦੇ ਮੂੰਹ ਦੇ ਵਿੱਚ ਰੁਪਈਏ ਪਾਉਂਦੇ ਨੇ। ਕਹਿੰਦੇ ਨੇ ਇਹ ਖਾਂਦਾ ਪੀਂਦਾ ਜਹਾਨ ਤੋਂ ਗਿਆ ਏ, ਪੈਸਿਆਂ ਵਿੱਚ ਖੇਲਦਾ ਗਿਆ ਏ। ਜੀਂਦਿਆਂ ਭਾਵੇਂ ਕਿਸੇ ਨੇ ਪਾਣੀ ਦਾ ਗਲਾਸ ਨਾ ਫੜਾਇਆ ਹੋਵੇ, ਕੌਡੀ ਕੌਡੀ ਲਈ ਉਹ ਤੜਫਦਾ ਜਹਾਨ ਤੋਂ ਗਿਆ ਹੋਵੇ, ਤੇ ਜਦੋਂ ਸੰਸਾਰ ਤੋਂ ਜਾਂਦਾ ਏ ਤੇ ਕਬਰ ਵਿੱਚ ਪਾਉਣ ਸਮੇਂ ਉਹਦੇ ਮੂੰਹ ਵਿੱਚ ਚਾਂਦੀ ਦੇ ਸਿੱਕੇ ਪਾਉਂਦੇ ਨੇ। ਹਿੰਦੂਆਂ ਦੇ ਵਿੱਚ, ਸਿੱਖਾਂ ਦੇ ਵਿੱਚ ਵੀ ਕਿਤੇ ਕਿਤੇ ਰੀਤੀ ਹੈ, ਜਦੋਂ ਬੰਦੇ ਨੂੰ ਤੋਰਦੇ ਆ ਨਾ ਚਿਖਾ ਤੇ ਰੱਖ ਕੇ, ਕਹਿੰਦੇ ਨੇ ਇਹਦੇ ਮੂੰਹ ਨੂੰ ਘਿਓ ਲਾਓ, ਇਹ ਸੰਸਾਰ ਤੋਂ ਖਾਂਦਾ ਪੀਂਦਾ ਗਿਆ ਏ। ਜੀਂਦਿਆਂ ਗੁਰੂ ਖਾਲਸਾ ਜੀ ਭਾਵੇਂ ਬੰਦਾ ਰੋਟੀ ਤੋਂ ਮੁਹਤਾਜ ਹੋ ਕੇ ਪਾਣੀ ਤੋਂ ਕਰਲਾਉਂਦਾ ਹੋਇਆ ਜਹਾਨ ਤੋਂ ਗਿਆ ਹੋਵੇ, ਗੁਰੂ ਖਾਲਸਾ ਜੀ ਜਾਣ ਸਮੇਂ ਉਹਦੇ ਮੂੰਹ ਨੂੰ ਘਿਓ ਲੱਗਦੇ ਨੇ। ਇਹ ਮੁਸਲਮਾਨਾਂ ਵਿੱਚ ਰੀਤੀ ਹੈ ਪੈਸੇ ਪਾਉਣ ਦੀ। ਉਹਨੇ ਪੈਸਾ ਕੱਢਿਆ ਚਾਂਦੀ ਦਾ ਸਿੱਕਾ ਤੇ ਬਾਦਸ਼ਾਹ ਨੂੰ ਕਹਿਣ ਲੱਗਾ ਲੈ ਬਾਦਸ਼ਾਹ ਸਲਾਮਤ, ਆਪਣੀ ਧੀ ਮੇਰੇ ਨਾਲ ਤੋਰਨਾ ਕਰ। ਉਹ ਕਹਿਣ ਲੱਗਾ ਮੈਂ ਆਪਣੀ ਧੀ ਤੇਰੇ ਨਾਲ ਤੇ ਕੀ ਤੋਰਨੀ ਹੈ, ਤੂੰ ਦੱਸ ਵੀ ਇਹ 1 ਰੁਪਈਆ ਕਿੱਥੋਂ ਲੈ ਕੇ ਆਇਆ ਹੈ। ਜਦੋਂ ਬਹੁਤਾ ਡਰ ਦਿੱਤਾ ਤੇ ਬਾਲਕ ਕੰਬ ਕੇ ਕਹਿਣ ਲੱਗਾ ਮੈਂ ਬਾਪੂ ਦੀ ਕਬਰ ਖੋਦ ਕੇ ਕਬਰ ਦੇ ਵਿੱਚੋਂ 1 ਰੁਪਈਆ ਕੱਢ ਕੇ ਲਿਆਇਆ ਏ। ਜਲਾਲ ਕਹਿੰਦਾ ਸੱਚੇ ਪਾਤਸ਼ਾਹ ਇਹ ਏਡਾ ਧਨ ਦਾ ਹਵਸੀ ਹੈ, ਇਹਨੇ ਕਬਰਾਂ ਪਟਵਾ ਕਰਕੇ ਮੁਰਦਿਆਂ ਦੇ ਮੂੰਹ ਵਿੱਚੋਂ ਧਨ ਕੱਢ ਕੇ ਤੇ ਆਪਣੇ ਖਜ਼ਾਨਿਆਂ ਦੇ ਵਿੱਚ ਪਾ ਲੈਣਾ ਕੀਤਾ ਏ। 45 ਗੰਜ ਧਨ ਦੇ ਇਹਨੇ ਭਰ ਲੈਣਾ ਕੀਤੇ ਨੇ। ਆਪ ਜੀ ਉਪਦੇਸ਼ ਦਿਓ। ਗੁਰੂ ਨਾਨਕ ਸਾਹਿਬ ਜੀ ਨੇ ਦਰਬਾਨ ਨੂੰ ਕੋਲ ਸੱਦਿਆ, ਕਹਿਣ ਲੱਗੇ ਕਾਰੂ ਬਾਦਸ਼ਾਹ ਨੂੰ ਸੱਦ ਕੇ ਲਿਆਓ। ਦਰਬਾਨ ਗਿਆ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਪੀਰੇ ਹਿੰਦ ਨਾਨਕ ਚੱਲ ਕਰਕੇ ਆਇਆ ਏ ਤੇ ਤੇਰੇ ਨਾਲ ਉਹ ਗੁਫ਼ਤਗੂ ਕਰਨਾ ਚਾਹੁੰਦਾ ਏ। ਹੁਣ ਇਹ ਹਮੀਦ ਗੁਰੂ ਨਾਨਕ ਸਾਹਿਬ ਜੀ ਦੇ ਜਸ ਨੂੰ ਜਾਣਦਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਵਲੀਆਂ ਦੇ ਵਲੀ, ਪੀਰਾਂ ਦੇ ਪੀਰ, ਮੀਰਾਂ ਦੇ ਮੀਰ ਨੇ। ਇਹ ਛੇਤੀ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਲਈ, ਗੁਰੂ ਨਾਨਕ ਸਾਹਿਬ ਜੀ ਦੇ ਕੋਲ ਕਰਾਮਾਤ ਦੇਖਣ ਲਈ
ਗੁਰੂ ਨਾਨਕ ਸਾਹਿਬ ਜੀ ਦੇ ਨਾਲ ਗੁਫ਼ਤਗੂ ਕਰਨ ਲਈ ਚੱਲਿਆ ਏ। ਇੱਧਰ ਗੁਰੂ ਨਾਨਕ ਸਾਹਿਬ ਜੀ ਇਹਦੇ ਦਰਵਾਜ਼ੇ ਦੇ ਅੱਗੇ ਕੁਝ ਠੀਕਰੀਆਂ ਕੁਝ ਕੈਂਕਰਾਂ ਇਕੱਠੀਆਂ ਕਰਕੇ ਤੇ ਆਪਣੇ ਖੀਸੇ ਵਿੱਚ, ਆਪਣੇ ਚਾਦਰੇ ਵਿੱਚ, ਆਪਣੀ ਝੋਲੀ ਵਿੱਚ ਪਾ ਰਹੇ ਸਨ। ਇਹਨੇ ਦੂਰੋਂ ਵੇਖਿਆ ਗੁਰੂ ਨਾਨਕ ਸਾਹਿਬ ਜੀ ਨੂੰ ਕੈਂਕਰਾਂ ਇਕੱਠਿਆਂ ਕਰਦਿਆਂ, ਕਹਿਣ ਲੱਗਾ, ਮੈਂ ਸੁਣਿਆ ਸੀ ਕਿ ਪੀਰੇ ਹਿੰਦ ਕਮਲੇ ਜ਼ਾਹਲ ਹੁੰਦੇ ਨੇ, ਅੱਜ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖ ਲਿਆ ਏ। ਸੱਚੇ ਪਾਤਸ਼ਾਹ ਮੁਸਕਰਾਏ, ਕਹਿਣ ਲੱਗੇ, ਤੂੰ ਆਪ ਕੀ ਦੇਖ ਲਿਆ ਏ? ਪੀਰੇ ਹਿੰਦਾਂ ਦੇ ਵਿੱਚ ਜਿਹੜੇ ਤੂੰ ਕਹਿਣਾ ਏ ਕਿ ਪੀਰੇ ਹਿੰਦ ਕਮਲੇ ਜ਼ਾਹਲ ਸ਼ਦਾਈ ਮੂਰਖ ਹੁੰਦੇ ਨੇ। ਉਹ ਕਹਿਣ ਲੱਗਾ, ਤੁਸੀਂ ਇਹ ਠੀਕਰਾਂ ਇਕੱਠੀਆਂ ਕਰਦੇ ਪਏ ਹੋ, ਇਹ ਠੀਕਰਾਂ ਤੁਹਾਡੇ ਨਾਲ ਪ੍ਰਲੋਕ ਵਿੱਚ ਜਾਣੀਆਂ ਨੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਮੇਰੀਆਂ ਠੀਕਰਾਂ ਤੈਨੂੰ ਦਿਸ ਪਈਆਂ, ਤੈਨੂੰ ਆਪਣੇ 45 ਗੰਜ ਨਹੀਂ ਦਿਸੇ। ਜੇ ਮੇਰੀਆਂ ਇਹ ਠੀਕਰਾਂ ਮੇਰੇ ਨਾਲ ਪ੍ਰਲੋਕ ਵਿੱਚ ਨਹੀਂ ਜਾਣੀਆਂ ਤੇ ਤੇਰੇ 45 ਗੰਜ ਪ੍ਰਲੋਕ ਵਿੱਚ ਤੇਰੇ ਨਾਲ ਕਦੋਂ ਜਾਣ ਲੱਗੇ ਨੇ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਗੁਰੂ ਖਾਲਸਾ ਜੀ ਕਾਰੂ ਬਾਦਸ਼ਾਹ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਨੇ, ਉਹਦੇ ਪੈਰਾਂ ਹੇਠੋਂ ਮਾਨੋ ਜ਼ਮੀਨ ਨਿਕਲ ਗਈ। ਉਹ ਢਹਿ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਉੱਪਰ ਡਿੱਗ ਪਿਆ। ਕਬੀਰ ਸਾਹਿਬ ਜੀ ਦੇ ਬਚਨ ਨੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇਜੇ ਛੇਕ। ਸਤਿਗੁਰੂ ਸੂਰਮਾ ਜਦੋਂ ਉਪਦੇਸ਼ ਰੂਪੀ ਤੀਰ ਮਾਰਦਾ ਏ, ਭਾਵੇਂ ਕੋਈ ਬੰਦਾ ਹੰਕਾਰ ਦੀ ਅਟਾਰੀ ਤੇ ਕਿਉਂ ਨਾ ਚੜਿਆ ਹੋਵੇ, ਉਹ ਹੰਕਾਰ ਦੀ ਅਟਾਰੀ ਤੋਂ ਹੇਠਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆ ਡਿੱਗਦਾ ਏ। ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਨੂੰ ਉਪਦੇਸ਼ ਦਿਓ। ਸੱਚੇ ਪਾਤਸ਼ਾਹ ਕਹਿਣ ਲੱਗੇ, ਜਿੱਦਾਂ ਦੀਆਂ ਇਹ ਠੀਕਰਾਂ ਨੇ ਉਦਾਂ ਦੇ ਹੀ ਤੇਰੇ 40 ਗੰਜ ਨੇ ਧਨ ਦੇ। ਤੇਰੇ 40 ਗੰਜ ਵੀ ਤੇਰੇ ਨਾਲ ਨਹੀਂ ਜਾਣੇ ਤੇ ਇਹ ਠੀਕਰਾਂ ਵੀ ਨਾਲ ਨਹੀਂ ਜਾਣੀਆਂ। ਸਾਡੀ ਦ੍ਰਿਸ਼ਟੀ ਵਿੱਚ ਜੈਸਾ ਸਵਰਨ ਤੈਸੀ ਉਸ ਮਾਟੀ, ਜਿੱਦਾਂ ਦਾ ਸੋਨਾ ਏ ਉਦਾਂ ਦੀ ਇਹ ਮਿੱਟੀ ਹੈ, ਉਦਾਂ ਦੀਆਂ ਇਹ ਠੀਕਰਾਂ ਨੇ। ਰੱਬ ਦੀ ਦਰਗਾਹ ਵਿੱਚ ਨਾ ਠੀਕਰਾਂ ਜਾਣੀਆਂ ਹੀ ਤੇ ਨਾ ਤੇਰੇ ਇਹ ਹੀਰੇ ਜਵਾਹਰਾਤਾਂ ਦਮੜਿਆਂ ਦੇ ਭਰੇ ਹੋਏ 45 ਗੰਜ ਤੇਰੇ ਨਾਲ ਜਾਣੇ। ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਜੋ ਗੁਰੂ ਖਾਲਸਾ ਜੀ ਜਨਮ ਸਾਖੀਆਂ ਦੇ ਵਿੱਚ ਲਿਖਿਆ ਹੋਇਆ ਹੈ। ਪੁਰਾਣੀਆਂ ਹੱਥ ਲਿਖਤ ਪੋਥੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇਹ ਉਪਦੇਸ਼ ਲਿਖਿਆ ਮਿਲਦਾ ਹੈ। ਸੱਚੇ ਪਾਤਸ਼ਾਹ ਜੀ ਤਲੰਗ ਰਾਗ ਦੇ ਵਿੱਚ ਕਿਰਪਾ ਕਰਦੇ ਨੇ। ਆਓ ਪਿਆਰ ਦੇ ਨਾਲ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਤੋਂ ਪਹਿਲਾਂ ਮੰਗਲਾਚਰਨ ਕਰਦੇ ਨੇ। ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਸੱਚਾ ਏ। ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਓੰਕਾਰ ਜੋ ਨਿਰਗੁਣ ਸਰੂਪ ਹੈ, ਉਸ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਸੱਚੇ ਪਾਤਸ਼ਾਹ ਜੀ ਅੱਗੇ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਰਾਗ ਤਿਲੰਗ ਨਸੀਹਤ ਨਾਮਾ ਮਹੱਲਾ ਪਹਿਲਾ। ਤਿਲੰਗ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ, ਕਿਉਂਕਿ ਗੁਰੂ ਖਾਲਸਾ ਜੀ ਫਾਰਸੀ ਅਰਬੀ ਬੋਲੀ ਦਾ ਕਾਵ ਹਮੇਸ਼ਾ ਹੀ ਤਿਲੰਗ ਰਾਗ ਦੇ ਵਿੱਚ ਪੜ੍ਹਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਪਦਾ ਆਉਂਦਾ ਏ, ਜਗ ਅਰਜ ਗੁਪਤਮ ਪੇਸੇ ਤੋ ਦਰਗੋ ਸੁਕੁਨ ਕਰਤਾਰ,
ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਇਹ ਵੀ ਤਲੰਗ ਰਾਗ ਦੇ ਵਿੱਚ ਲਿਖਿਆ ਹੋਇਆ ਹੈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਦੇ ਵਿੱਚ ਭਾਈ ਨੰਦ ਲਾਲ ਨੂੰ ਉਪਦੇਸ਼ ਦਿੱਤਾ ਹੈ, ਮਨ ਕਮ ਤਰੀਨ ਗੁਨਹਗਾਰ ਹੇਚ ਮਦਹ ਕਾਰਾ, ਤੋਈ ਗੁਨਾਹ ਬਖਸ਼ ਹਾਕਮ ਫਈਆਜ਼ ਤੂੰ ਹੀ ਦਾਰਾ। ਇਹ ਵੀ ਗੁਰੂ ਖਾਲਸਾ ਜੀ ਤਲੰਗ ਰਾਗ ਦੇ ਵਿੱਚ ਲਿਖਿਆ ਹੋਇਆ ਹੈ। ਅਕਸਰ ਫਾਰਸੀ ਬੋਲੀ ਦਾ ਕਾਵਿ ਤਲੰਗ ਰਾਗ ਦੇ ਵਿੱਚ ਲਿਖਿਆ ਜਾਂਦਾ ਹੈ। ਇਹ ਜੋ ਉਪਦੇਸ਼ ਹੈ ਨਸੀਹਤਨਾਮੇ ਦਾ, ਇਹ ਰੇਖਤਾ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਹੋਇਆ ਹੈ। ਰੇਖਤਾ ਦਾ ਅਰਥ ਹੁੰਦਾ ਹੈ ਵਿੰਗੀ ਟੇਢੀ ਬੋਲੀ। ਇਹ ਫੌਜੀਆਂ ਦੀ ਬੋਲੀ ਗੁਰੂ ਖਾਲਸਾ ਜੀ ਹੁੰਦੀ ਹੈ। ਫੌਜੀ ਜਿੱਥੇ ਜਿੱਥੇ ਜਾਂਦੇ ਨੇ ਉੱਥੋਂ ਦੇ ਸ਼ਬਦ ਆਪਣੇ ਕੋਸ਼ ਵਿੱਚ, ਆਪਣੀ ਡਿਕਸ਼ਨਰੀ ਵਿੱਚ ਅਪਣਾ ਲੈਂਦੇ ਨੇ। ਤੇ ਫੌਜੀਆਂ ਦੀ ਬੋਲੀ ਰੇਖਤਾ ਬੋਲੀ ਕਹਿਲਾਉਂਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਰੇਖਤਾ ਬੋਲੀ ਵਿੱਚ ਉਪਦੇਸ਼ ਤਾਂ ਦਿੱਤਾ ਕਿ ਜਿਹੜਾ ਇਹ ਹਮੀਦ ਸੀ, ਇਹ ਦੂਜੇ ਦੇਸ਼ਾਂ ਦੇ ਉੱਪਰ ਜਾਂਦਾ ਸੀ, ਹਮਲਾ ਕਰਕੇ, ਲੁੱਟ ਕਰਕੇ ਉੱਥੇ ਆਪਣਾ ਰਾਜ ਕਾਇਮ ਕਰਦਾ ਸੀ। ਬਹੁਤੀ ਬੋਲੀ ਇਹ ਜਾਣਦਾ ਸੀ। ਇਸ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਇਹਨੂੰ ਰੇਖਤਾ ਬੋਲੀ ਦੇ ਵਿੱਚ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਨਸੀਹਤ ਦਾ ਅਰਥ ਹੁੰਦਾ ਹੈ ਸਿੱਖਿਆ, ਤੇ ਨਾਮਾਂ ਦਾ ਅਰਥ ਹੁੰਦਾ ਹੈ ਚਿੱਠੀ। ਸਿੱਖ ਧਰਮ ਦੇ ਵਿੱਚ ਬੜੇ ਨਾਮੇ ਨੇ। ਗੁਰੂ ਨਾਨਕ ਸਾਹਿਬ ਜੀ ਦੇ 3 ਨਾਮੇ ਨੇ, ਕਰਨੀ ਨਾਮਾ, ਹਾਜ਼ਰ ਨਾਮਾ ਤੇ ਨਸੀਹਤ ਨਾਮਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 2 ਨਾਮੇ ਨੇ, ਇੱਕ ਫਤਿਹਨਾਮਾ ਤੇ ਇੱਕ ਜ਼ਫਰਨਾਮਾ, ਜਿਹਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਲਾਹਨਤਾਂ ਪਾਈਆਂ ਨੇ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਵੀ ਇੱਕ ਨਾਮਾ ਲਿਖਿਆ ਜਿਹਨੂੰ ਗੰਜਨਾਮਾ ਕਹਿੰਦੇ ਨੇ, ਜਿਹਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਦੀ ਹਮੀਦ ਉਸਤਤ ਕੀਤੀ ਹੈ। ਉਹ ਪੜ੍ਹ ਕੇ ਪਤਾ ਲੱਗਦਾ ਹੈ ਕਿ ਭਾਈ ਨੰਦ ਲਾਲ ਸਾਹਿਬ ਦੇ ਹਿਰਦੇ ਦੇ ਵਿੱਚ ਗੁਰੂ ਘਰ ਦੇ ਪ੍ਰਤੀ ਕਿੰਨਾ ਪਿਆਰ ਸੀ। ਦਾਸ ਦੇ ਪਾਸੋਂ ਉਹਦੇ ਟੀਕੇ ਕਰਨ ਦੀ ਸੇਵਾ ਮਹਾਰਾਜ ਸਾਹਿਬ ਜੀ ਨੇ ਲਈ ਹੈ। ਇੱਕ ਗੁਰੂ ਖਾਲਸਾ ਜੀ ਅਸੁਵਨਾਮਾ ਹੈ, ਇੱਕ ਬਾਜਨਾਮਾ ਹੈ, ਇੱਕ ਸੁਆਨਨਾਮਾ ਹੈ। ਇਹ 3 ਨਾਮੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਿਖੇ ਹੋਏ ਨੇ। ਇੱਕ ਹੈ ਜਿਹਦੇ ਵਿੱਚ ਘੋੜਿਆਂ ਦੀਆਂ ਕਿਸਮਾਂ ਤੇ ਉਹਨਾਂ ਦੇ ਰੋਗ ਤੇ ਉਹਨਾਂ ਦੇ ਇਲਾਜ, ਉਹਨੂੰ ਕਹਿੰਦੇ ਨੇ ਅਸਵਨਾਮਾ। ਇੱਕ ਹੈ ਬਾਜਨਾਮਾ, ਕਿਉਂਕਿ ਸਤਿਗੁਰੂ ਸਾਹਿਬ ਜੀ ਬਾਜ ਤੇ ਤਾਜ ਦੇ ਮਾਲਕ ਸਨ, ਜਿਹਦੇ ਵਿੱਚ ਬਾਜਾਂ ਦੀਆਂ ਕਿਸਮਾਂ, ਉਹਨਾਂ ਦੇ ਰੋਗ ਤੇ ਉਹਨਾਂ ਦੇ ਇਲਾਜ ਲਿਖੇ ਹੋਏ ਨੇ। ਇੱਕ ਸੱਚੇ ਪਾਤਸ਼ਾਹ ਜੀ ਦਾ ਸੁਆਨਨਾਮਾ ਹੈ, ਜਿਹਦੇ ਵਿੱਚ ਕੂਕਰਾਂ ਦੀਆਂ ਕਿਸਮਾਂ, ਉਹਨਾਂ ਦੇ ਰੋਗ ਤੇ ਉਹਨਾਂ ਦੇ ਇਲਾਜ ਸੱਚੇ ਪਾਤਸ਼ਾਹ ਨੇ ਲਿਖੇ ਨੇ। ਕਿਉਂਕਿ ਸੱਚੇ ਪਾਤਸ਼ਾਹ ਰਾਜਿਆਂ ਦੇ ਰਾਜੇ ਸਨ, ਤੇ ਰਾਜੇ ਘੋੜੇ ਵੀ ਰੱਖਦੇ ਨੇ, ਕੂਕਰ ਵੀ ਰੱਖਦੇ ਨੇ, ਤੇ ਬਾਜ ਵੀ ਰੱਖਦੇ ਨੇ, ਤੇ ਤਾਜ ਸਿਰ ਦੇ ਉੱਪਰ ਸਜਾਉਂਦੇ ਨੇ। ਇੰਜ ਗੁਰੂ ਖਾਲਸਾ ਜੀ ਗੁਰੂ ਨਾਨਕ ਸਾਹਿਬ ਜੀ ਦਾ ਇਹ ਨਸੀਹਤਨਾਮਾ ਹੈ, ਜਿਹਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਕਾਰੂ ਬਾਦਸ਼ਾਹ ਦੇ ਤਾਈ ਨਸੀਹਤ ਦਿੱਤੀ ਹੈ। ਤਲੰਗ ਰਾਗ ਦੇ ਵਿੱਚ ਸੱਚੇ ਪਾਤਸ਼ਾਹ ਕਿਰਪਾ ਕਰਦੇ ਪਏ ਨੇ। ਕੀਚੈ ਨੇਕ ਨਾਮੀ ਜੇ ਦੇਵੈ ਖੁਦਾਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਾਰੂ ਬਾਦਸ਼ਾਹ, ਕਾਰੂ ਹਮੀਦ, ਜੇ ਤੈਨੂੰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਮਿਸਰ ਦਾ ਰਾਜ ਦਿੱਤਾ ਹੈ ਨਾ, ਸੰਸਾਰ ਦੇ ਵਿੱਚ ਉਹ ਕੰਮ ਕਰ ਜਿਹਦੇ ਨਾਲ ਤੇਰੀ ਨੇਕ ਨਾਮੀ ਹੋਵੇ। ਕਿਉਂਕਿ ਸੰਸਾਰ ਦੇ ਉੱਪਰ 2 ਕੰਮ ਹੁੰਦੇ ਨੇ। ਇੱਕ ਉਹ ਕੰਮ ਹੁੰਦੇ ਨੇ ਜਿਹਦੇ ਨਾਲ ਸੰਸਾਰ ਦੇ ਉੱਪਰ ਬਦਨਾਮੀ ਹੁੰਦੀ ਹੈ।
ਇੱਕ ਉਹ ਨੇਕ ਕੰਮ ਹੁੰਦੇ ਨੇ ਜਿਨ੍ਹਾਂ ਨਾਲ ਸੰਸਾਰ ਦੇ ਵਿੱਚ ਨੇਕ ਨਾਮੀ ਹੁੰਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਹਮੀਦ ਕਾਰੂ, ਜੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਤੈਨੂੰ ਰਾਜ ਭਾਗ ਬਖਸ਼ਿਆ ਹੈ ਨਾ, ਤੇ ਸੰਸਾਰ ਦੇ ਉੱਪਰ ਉਹ ਕੰਮ ਕਰ ਜਿਹਦੇ ਨਾਲ ਤੇਰੀ ਸੰਸਾਰ ਦੇ ਉੱਪਰ ਨੇਕ ਨਾਮੀ ਹੋਵੇ। ਜੋ ਦੀਸੈ ਜ਼ਮੀਂ ਪਰ ਸੋ ਹੋਸੀ ਫਨਾਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮਾਨ ਕਾਹਦਾ ਕਰਦਾ ਏ? ਇਹ ਦੁਨੀਆ ਦੇ ਰਾਜ ਭਾਗ ਦਾ ਮਾਨ ਕਰਦਾ ਏ, ਆਪਣੀਆਂ ਘੋੜਿਆਂ ਆਪਣੀਆਂ ਫੌਜਾਂ ਦਾ ਮਾਨ ਕਰਦਾ ਏ। ਜੋ ਵੀ ਸੰਸਾਰ ਦੇ ਉੱਪਰ ਦਿਸਦਾ ਪਿਆ ਏ, ਇੱਕ ਦਿਨ ਇਹ ਸੰਸਾਰ ਦੇ ਪਦਾਰਥਾਂ ਨੇ ਫਨਾ ਜ਼ਰੂਰ ਹੋਣਾ ਏ। ਗੁਰਬਾਣੀ ਵਿੱਚ ਜ਼ਿਕਰ ਹੈ, ਜੋ ਦੀਸੈ ਸੋ ਸਗਲ ਬਨਾਸੈ, ਜਿਉ ਬਾਦਰ ਕੀ ਛਾਈ। ਸੰਸਾਰ ਦੇ ਉੱਪਰ ਜੋ ਵੀ ਦਿਸਦਾ ਏ ਉਹਨੇ ਫਨਾ ਜ਼ਰੂਰ ਹੋਣਾ ਏ। ਜਿਵੇਂ ਬੱਦਲਾਂ ਦੀ ਛਾਂ ਸਦਾ ਨਹੀਂ ਨਾ ਰਹਿੰਦੀ, ਕੱਖਾਂ ਦੀ ਅੱਗ ਗੁਰੂ ਖਾਲਸਾ ਜੀ ਬਹੁਤਾ ਚਿਰ ਨਹੀਂ ਬਲਦੀ, ਇਸੇ ਤਰ੍ਹਾਂ ਦੁਨੀਆ ਦੇ ਪਦਾਰਥ ਬਹੁਤਾ ਚਿਰ ਨਹੀਂ ਰਹਿੰਦੇ। ਸੱਚੇ ਪਾਤਸ਼ਾਹ ਕਹਿੰਦੇ ਕਾਹਦਾ ਮਾਨ ਕਰਦਾ ਏ? ਜੋ ਦੁਨੀਆ ਦੇ ਉੱਪਰ ਦਿਸਦਾ ਏ ਇਹ ਫਨਾ ਹੁੰਦਾ ਆ ਰਿਹਾ ਏ, ਇਹ ਸਭ ਕਾਸੇ ਨੇ ਫਨਾ ਹੋਣਾ ਏ। ਰਹਾਉ ਟਿਕਾਉ ਦੇ ਕਰਕੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਦਾਇਮ ਨਾ ਦੌਲਤ ਕਸੇ ਬੇਸੁਮਾਰ। ਸੱਚੇ ਪਾਤਸ਼ਾਹ ਕਹਿੰਦੇ ਤੂੰ 45 ਗੰਜ ਧਨ ਦਾ ਮਾਨ ਕਰਦਾ ਪਿਆ ਏ। ਕਸੇ ਫਾਰਸੀ ਬੋਲੀ ਦਾ ਸ਼ਬਦ ਹੈ। ਕਸੇ ਦਾ ਅਰਥ ਕੋਈ ਵੀ ਹੁੰਦਾ ਏ ਤੇ ਕਸੇ ਦਾ ਅਰਥ ਬੰਦਾ ਵੀ ਹੁੰਦਾ ਏ। ਬੇਸ਼ੁਮਾਰ ਦਾ ਅਰਥ ਹੁੰਦਾ ਏ ਬੇਗਿਣਤ। ਸੱਚੇ ਪਾਤਸ਼ਾਹ ਕਹਿੰਦੇ ਤੇਰੇ ਕੋਲ ਬੇਗਿਣਤ ਬੰਦੇ ਨੇ, ਫੌਜਾਂ ਨੇ, ਉਹਨਾਂ ਫੌਜਾਂ ਦਾ ਮਾਨ ਕਰਦਾ ਪਿਆ ਏ। 45 ਗੰਜ ਤੂੰ ਧਨ ਦੇ ਜੋੜੇ ਹੋਏ ਨੇ, ਉਹ ਧਨ ਦਾ ਮਾਨ ਕਰਦਾ ਪਿਆ ਏ। ਨਾ ਇਹ ਧਨ ਦਾਇਮ ਸਥਿਰ ਰਹੇਗਾ ਤੇ ਨਾ ਤੇਰੀਆਂ ਫੌਜਾਂ ਜਹਾਨ ਦੇ ਉੱਪਰ ਟਿਕੀਆਂ ਰਹਿਣਗੀਆਂ। ਜੋ ਵੀ ਸੰਸਾਰ ਦੇ ਉੱਪਰ ਦਿਸਦਾ ਏ, ਇੱਕ ਦਿਨ ਇਹ ਸੰਸਾਰ ਦੇ ਪਦਾਰਥਾਂ ਨੇ ਫਨਾ ਜ਼ਰੂਰ ਹੋਣਾ ਏ। ਨਾ ਰਹੇਂਗੇ ਕਰੋੜੀ ਨਾ ਰਹੇਂਗੇ ਹਜ਼ਾਰ। ਸੱਚੇ ਪਾਤਸ਼ਾਹ ਕਹਿੰਦੇ ਮਾਨ ਕਾਹਦਾ ਕਰਦਾ ਏ? ਇਹ ਦੁਨੀਆ ਦੇ ਉੱਪਰ ਨਾ ਹਜ਼ਾਰਾਂ ਵਾਲੇ ਰਹੇ ਤੇ ਨਾ ਕਰੋੜਾਂ ਵਾਲੇ ਰਹੇ, ਨਾ ਸੈਂਕੜਿਆਂ ਵਾਲੀ ਰਹੇ। ਜਿਹੜੇ ਮਾਰਗ ਦੇ ਉੱਪਰ ਇੱਕ ਗਰੀਬ ਚੱਲ ਕੇ ਗਿਆ, ਉਸੇ ਮਾਰਗ ਦੇ ਉੱਪਰ ਗੁਰੂ ਖਾਲਸਾ ਜੀ ਹਜ਼ਾਰਾਂ ਤੇ ਕਰੋੜਾਂ ਵਾਲੇ ਵੀ ਚੱਲ ਕੇ ਜਾਂਦੇ ਨੇ। ਸ਼ਮਸ਼ਾਨ ਘਾਟ ਉਹ ਹੀ ਹੈ ਜਿੱਥੇ ਇੱਕ ਗਰੀਬ ਦਾ ਸੰਸਕਾਰ ਹੁੰਦਾ ਏ, ਉੱਥੇ ਇੱਕ ਅਮੀਰ ਦਾ ਵੀ ਹੁੰਦਾ ਏ। ਸੰਸਾਰ ਦੇ ਉੱਪਰ ਭਾਵੇਂ ਕੋਈ ਬੰਦਾ ਜਿੰਨਾ ਮਰਜ਼ੀ ਅਮੀਰ ਹੋਵੇ, ਨੰਗੇ ਪੈਰੀ ਆਉਂਦਾ ਏ ਤੇ ਨੰਗੇ ਪੈਰੀ ਜਾਂਦਾ ਏ। ਜਦੋਂ ਬੰਦੇ ਦੀ ਅਰਥੀ ਸਵਾਰੀ ਜਾਂਦੀ ਹੈ, ਕੱਪੜੇ ਵੀ ਪਾਏ ਜਾਂਦੇ ਨੇ, ਸਿਰ ਤੇ ਪੱਗ ਵੀ ਬੰਨ੍ਹੀ ਜਾਂਦੀ ਹੈ, ਪੈਰਾਂ ਵਿੱਚ ਜੁੱਤਾ ਗੁਰੂ ਖਾਲਸਾ ਜੀ ਕਿਸੇ ਦੇ ਨਹੀਂ ਜੇ ਪਾਇਆ ਜਾਂਦਾ। ਭਾਵੇਂ ਕੋਈ ਗਰੀਬ ਹੋਵੇ ਤੇ ਭਾਵੇਂ ਕੋਈ ਅਮੀਰ ਹੋਵੇ, ਖਾਲੀ ਹੱਥ ਤੇ ਨੰਗੇ ਪੈਰ ਬੰਦਾ ਸੰਸਾਰ ਨੂੰ ਅਲਵਿਦਾ ਕਹਿ ਕੇ ਜਾਂਦਾ ਏ। ਦਸਵੇਂ ਪਾਤਸ਼ਾਹ ਕਹਿੰਦੇ ਨੇ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਸੰਸਾਰ ਦੇ ਉੱਪਰ ਭਾਵੇਂ ਵੱਡੇ ਵੱਡੇ ਰਾਜੇ ਮਹਾਰਾਜੇ ਹੋਏ, ਅਖੀਰ ਨੂੰ ਨੰਗੇ ਹੱਥ ਤੇ ਨੰਗੇ ਪੈਰ ਇਹ ਜਹਾਨ ਤੋਂ ਚਲੇ ਗਏ। ਖਾਲੀ ਹੱਥ ਤੇ ਨੰਗੇ ਪੈਰ ਸੰਸਾਰ ਨੂੰ ਅਲਵਿਦਾ ਕਹਿ ਕੇ ਗਏ ਨੇ। ਸੱਚੇ ਪਾਤਸ਼ਾਹ ਕਹਿੰਦੇ ਨੇ ਹਮੀਦ ਕਾਰੂ, ਨਾ ਜਹਾਨ ਦੇ ਉੱਪਰ ਕਰੋੜਾਂ ਵਾਲੇ ਰਹਿਣੇ ਨੇ ਤੇ ਨਾ ਜਹਾਨ ਦੇ ਉੱਪਰ ਹਜ਼ਾਰਾਂ ਵਾਲੇ ਰਹਿਣੇ ਨੇ। ਸਾਰਿਆਂ ਨੇ ਇਹ ਸੰਸਾਰ ਨੂੰ ਛੱਡ ਕਰਕੇ ਚਲੇ ਜਾਣਾ ਏ। ਦਮੜਾ ਤਿਸੀ ਕਾ ਜੋ ਖਰਚੇ ਅਰ ਖਾਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਾਹਦਾ ਦਮੜਿਆਂ ਦਾ ਮਾਨ ਕਰਦਾ ਏ? ਦਮੜਾ ਤੇਰੇ ਅਧੀਨ ਨਹੀਂ, ਤੂੰ ਦਮੜਿਆਂ ਦੇ ਅਧੀਨ ਹੋਇਆ ਪਿਆ ਏ।
ਦਮੜਾ ਤੇ ਉਹਦੇ ਅਧੀਨ ਹੈ, ਉਹਦਾ ਏ ਜਿਹੜਾ ਦਮੜੇ ਨੂੰ ਖਰਚਦਾ ਏ ਤੇ ਖਾਂਦਾ ਏ। ਜਿਹੜਾ ਕੰਜੂਸੀ ਕਰ ਕਰਕੇ ਦਮੜਿਆਂ ਨੂੰ ਜੋੜ ਜੋੜ ਕੇ ਰੱਖਦਾ ਏ, ਉਹ ਬੰਦੇ ਦੀ ਸਾਰੀ ਜ਼ਿੰਦਗੀ ਦਮੜੇ ਜੋੜਨ ਵਿੱਚ ਲੱਗ ਜਾਂਦੀ ਹੈ। ਉਹ ਦਮੜੇ ਤੋਂ ਸੁੱਖ ਨਹੀਂ ਪ੍ਰਾਪਤ ਕਰ ਸਕਦਾ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਦਮੜਾ ਉਸ ਦੇ ਅਧੀਨ ਹੈ ਜਿਹੜਾ ਦਮੜੇ ਦੀ ਵਰਤੋਂ ਕਰਦਾ ਏ, ਜਿਹੜਾ ਦਮੜੇ ਧਨ ਦੇ ਤਾਈਂ ਖਰਚਦਾ ਏ, ਖਾਂਦਾ ਹੈ ਤੇ ਹੋਰਨਾਂ ਦੇ ਤਾਈਂ ਖਵਾਉਂਦਾ ਏ। ਦੇਵੈ ਦਿਲਾਵੈ ਰਜਾਵੈ ਖੁਦਾਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਉਹਦਾ ਧਨ ਸਫਲਾ ਏ ਜਿਹੜਾ ਧਰਮ ਦੇ ਅਰਥੇ ਆਪ ਵੀ ਦਿੰਦਾ ਏ ਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰਕੇ ਧਰਮ ਵਾਸਤੇ ਧਨ ਦਿਵਾਉਂਦਾ ਏ। ਆਪ ਵੀ ਦਸਵੰਧ ਕੱਢਦਾ ਏ ਤੇ ਦੂਜਿਆਂ ਨੂੰ ਵੀ ਕਹਿੰਦਾ ਏ ਕਿ ਦਸਵੰਧ ਕੱਢੋ। ਆਪ ਵੀ ਲੰਗਰ ਲਾਉਂਦਾ ਏ ਤੇ ਦੂਜਿਆਂ ਦੇ ਕੋਲੋਂ ਵੀ ਲੰਗਰ ਲਵਾਉਂਦਾ ਏ। ਖੁਦਾਏ ਰੱਬ ਦੇ ਵਾਸਤੇ, ਰੱਬ ਦੀ ਖੁਸ਼ੀ ਲੈਣ ਦੇ ਵਾਸਤੇ ਜਿਹੜਾ ਬੰਦਾ ਗਰੀਬਾਂ ਨੂੰ ਰਜਾਵੈ, ਰਜਾਉਂਦਾ ਏ, ਉਹਨਾਂ ਦੇ ਪੇਟ ਭਰਦਾ ਏ, ਉਹਦਾ ਦਮੜਾ, ਉਹਦਾ ਧਨ ਸਫਲਾ ਏ। ਜਿਹੜਾ ਧਨ ਨੂੰ ਇਕੱਠਿਆਂ ਕਰ ਕਰਕੇ ਬੈਂਕਾਂ ਭਰੀ ਜਾਂਦਾ ਏ, ਖਜ਼ਾਨੇ ਭਰੀ ਜਾਂਦਾ ਏ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਦਾ ਧਨ ਜਿਹੜਾ ਏ ਉਹ ਸਫਲਾ ਨਹੀਂ ਹੈ। ਉਹਦਾ ਧਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੰਸਾਰ ਦੇ ਉੱਪਰ ਹੀ ਰਹਿ ਜਾਂਦਾ ਏ। ਉਹ ਬੰਦਾ ਧਨ ਨੂੰ ਜੋੜਦਿਆਂ ਮਰ ਜਾਂਦਾ ਏ, ਧਨ ਦੀ ਛਾਂ ਹੇਠ ਨਹੀਂ ਬੈਠ ਪਾਉਂਦਾ। ਉਸ ਬੰਦੇ ਦੇ ਅਧੀਨ ਧਨ ਨਹੀਂ ਹੈ। ਆਪਾਂ ਕਹਿੰਦੇ ਆ ਵੀ ਮੈਂ 10 ਲੱਖ ਰੁਪਈਆ ਇਕੱਠਾ ਕਰ ਲਿਆ, 10 ਲੱਖ ਮੇਰਾ ਏ, ਮੈਂ 10 ਲੱਖ ਦਾ ਮਾਲਕ ਬਣ ਗਿਆ ਏ। ਪਰ ਆਪਾਂ 10 ਲੱਖ ਦੇ ਮਾਲਕ ਨਹੀਂ ਬਣੇ, ਸਗੋਂ 10 ਲੱਖ ਸਾਡਾ ਮਾਲਕ ਬਣ ਗਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਧਨ ਉਹਦਾ ਹੀ ਸਫਲਾ ਏ ਜਿਹੜਾ ਖਰਚਦਾ ਏ, ਖਾਂਦਾ ਏ, ਗੁਰੂ ਕੇ ਲੰਗਰਾਂ ਵਿੱਚ ਦਿੰਦਾ ਏ, ਦੂਜਿਆਂ ਤੋਂ ਦਿਵਾਉਂਦਾ ਏ ਤੇ ਰੱਬ ਦੇ ਵਾਸਤੇ ਦੁਨੀਆ ਦੇ ਲੋਕਾਂ ਨੂੰ ਰਜਾਉਂਦਾ ਏ। ਪੋਤਾ ਨਾ ਰਾਖੈ ਅਕੇਲਾ ਨਾ ਖਾਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਵੀ ਜੇ ਧਨ ਕੋਲ ਹੋਵੇ ਨਾ, ਇਕੱਲਾ ਧਨ ਨੂੰ ਸਾਂਭ ਕੇ ਨਾ ਰੱਖੇ, ਤੇ ਜੇ ਕੁਝ ਖਾਣ ਨੂੰ ਹੋਵੇ ਤੇ ਬੰਦਾ ਇਕੱਲਾ ਅੰਦਰ ਵੜ ਕੇ ਨਾ ਖਾਵੇ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀਆਂ 3 ਸਿੱਖਿਆਵਾਂ ਨੇ, ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਐ ਨਾ ਕਰੇ ਕਿ ਅੰਦਰ ਵੜ ਕੇ ਇਕੱਲਾ ਖਾਵੇ ਚੰਗੇ ਪਦਾਰਥ ਤੇ ਗਰੀਬ ਚੱਲ ਕੇ ਆਵੇ ਮੇਥੋਂ ਤੇ ਹੈ ਕੁਝ ਨਹੀਂ ਹੈ। ਕਿਉਂਕਿ ਆਮ ਲੋਕਾਂ ਦੇ ਵਿੱਚ ਗੁਰੂ ਖਾਲਸਾ ਜੀ ਉਹ ਰੋਣਾ ਧੋਣਾ ਹੈ, ਮਸਾਂ ਖਰਚਾ ਚੱਲਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਬੰਦਾ ਕੋਲ ਹੋਏ ਨੂੰ ਸਾਂਭ ਕੇ ਨਹੀਂ ਰੱਖਦਾ, ਧਰਮ ਦੇ ਅਰਥੇ ਦਿੰਦਾ ਏ ਤੇ ਇਕੱਲਾ ਅੰਦਰ ਵੜ ਕੇ ਭੋਜਨ ਨਹੀਂ ਖਾਂਦਾ, ਸਗੋਂ 10 ਬੰਦਿਆਂ ਦੇ ਵਿੱਚ ਵੰਡ ਕਰਕੇ ਖਾਂਦਾ ਏ। ਤਹਕੀਕ ਦਿਲ ਦਾਨੀ ਵਹੀ ਭਿਸਤ ਜਾਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹਮੀਦ, ਇਹ ਮੇਰੀ ਗੱਲ ਨੂੰ ਤਹਕੀਕ ਪੱਕਿਆਂ ਕਰਕੇ ਆਪਣੇ ਦਿਲ ਵਿੱਚ ਦਾਨੀ ਜਾਣ ਲੈ, ਉਹੀ ਬੰਦਾ ਭਿਸਤ ਸਵਰਗਾਂ ਨੂੰ ਜਾਂਦਾ ਏ, ਉਹੀ ਬੰਦਾ ਭਿਸਤ ਸੱਚਖੰਡ ਨੂੰ ਜਾਂਦਾ ਏ। ਜਿਹੜਾ ਬੰਦਾ ਰੱਬ ਦੇ ਅਰਥੇ ਲੰਗਰ ਲਾਉਂਦਾ ਏ, ਗਰੀਬਾਂ ਦੇ ਪਰਜਾ ਦੇ ਪੇਟ ਨੂੰ ਭਰਦਾ ਏ, ਜਿਹੜਾ ਧਨ ਨੂੰ ਦੁਨੀਆ ਦੇ ਵਿੱਚ ਵੰਡ ਕਰਕੇ ਧਰਮ ਦੇ ਅਰਥੇ ਲਾ ਕਰਕੇ ਧਨ ਨੂੰ ਸਫਲਿਆਂ ਕਰਦਾ ਏ, ਉਸੇ ਬੰਦੇ ਨੂੰ ਰੱਬ ਦੀ ਦਰਗਾਹ ਦੇ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੁੰਦਾ ਏ। ਸੱਚੇ ਪਾਤਸ਼ਾਹ ਜੀ ਨੇ ਇਹ ਬੜਾ ਸੁੰਦਰ ਉਪਦੇਸ਼ ਦਿੱਤਾ ਏ। 34 ਗੁਰੂ ਖਾਲਸਾ ਜੀ ਇਸ ਰਚਨਾ ਦੇ ਛੰਦ ਨੇ ਤੇ ਕੱਲ ਨੂੰ ਗੁਰੂ ਖਾਲਸਾ ਜੀ ਆਪਾਂ ਇਹ ਸਾਰੀ ਰਚਨਾ ਦੀ ਕਥਾ ਆਪਸ ਵਿੱਚ ਮਿਲ ਕਰਕੇ ਵਿਚਾਰਨੀ ਹੈ। ਕਿਉਂਕਿ ਹੁਣ ਸਮਾਂ ਹੋ ਚੁੱਕਾ ਏ ਕਿ ਸਾਰੀਆਂ ਗੁਰੂ ਕੀਆਂ ਸਿੱਖ ਸੰਗਤਾਂ ਨੇ ਕੱਲ ਨੂੰ ਵੀ ਹਾਜ਼ਰੀ ਭਰਨੀ ਹੈ। ਕਾਲ ਖਾਏ ਕਿਛ ਹੱਥੋਂ ਦੇ
ਨਾਨਕ ਰਾਹੋ ਪਛਾਣੈ ਸੀ। ਇਹਦੀ ਵਿਆਖਿਆ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਰਾਹੀਂ ਕੀਤੀ ਹੈ। ਹੋਈ ਭੁੱਲ ਚੁੱਕ ਦੀ ਖਿਮਾ। ਦਿੱਲੀ ਪ੍ਰਬੰਧਕ ਕਮੇਟੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਜੋ ਇੱਥੋਂ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਜੀ ਨੇ, ਤੇ ਹੋਰ ਗੁਰੂ ਕੀਆਂ ਸਿੱਖ ਸੰਗਤਾਂ ਦਾ ਧੰਨਵਾਦ ਹੈ, ਜਿਨ੍ਹਾਂ ਨੇ ਲੰਮਾ ਸਮਾਂ ਬੈਠ ਕਰਕੇ ਇਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਦੀ ਸਾਂਝ ਨੂੰ ਪਾਉਣਾ ਕੀਤਾ ਏ, ਸਰਵਣ ਕੀਤਾ ਏ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਹੋਤਾ ਨਾ ਰਾਖੈ ਅਕੇਲਾ ਨਾ ਖਾਏ, ਤਹਕੀਕ ਦਿਲ ਦਾਨੀ ਵਹੀ ਭਿਸਤ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।